ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਤੇਰਾ ਅੰਤ ਨਾ ਜਾਈ ਲਖਿਆ, ਅਕਥ ਨ ਜਾਈ ਹਰਿ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਕਾਦਰੇ ਹਰਿ ਕਾਰ ਗੁਰ ਗੋਬਿੰਦ ਸਿੰਘ, ਬੇਕਸਾਂ ਯਾਰ ਗੁਰ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਰਾਗ ਕਲੀ ਮਹੱਲਾ ਨਾਮ ਪਦੇ। ਰੇ ਮਨ ਹੋ ਗਲਿਓ ਹਰ ਨਾਮਾ, ਜਾ ਕੈ ਸਿਮਰਨ ਦੁਰਮਤਿ ਨਾਸੈ। ਪਾਵੈ ਪਦ ਨਿਰਮਲ, ਰੇ ਮਨ ਓਟ ਲਿਓ ਹਰਿ ਨਾਮਾ। ਜਾ ਕੈ ਸਿਮਰਨ ਦੁਰਮਤਿ ਨਾਸੈ। ਪਾਵੈ ਪਦ ਨਿਰਮਲ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਵਾਹਿਗੁਰੂ ਪਰਮੇਸ਼ਰ ਨੇ ਆਪ ਗੁਰੂ ਨਾਨਕ ਦੇਵ ਸਾਹਿਬ ਰੂਪ ਧਾਰਿਆ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ, ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਹੋਇਆ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ। ਔਰ ਇਹ 5 ਬਾਣੀਆਂ ਜਿੱਥੇ ਅੰਮ੍ਰਿਤਧਾਰੀ ਗੁਰਸਿੱਖ ਹਰ ਰੋਜ਼ ਗੁਰੂ ਕੀ ਕਿਰਪਾ ਦੇ ਨਾਲ ਇਹਨਾਂ ਦਾ ਨਿਤਨੇਮ ਕਰਦਾ ਹੈ, ਉੱਥੇ ਸਾਰੇ ਹੀ ਅਸਥਾਨਾਂ ਦੇ ਉੱਤੇ 5 ਬਾਣੀਆਂ ਦਾ ਨਿਤਨੇਮ ਹੁੰਦਾ ਹੈ। ਪਿੰਡਾਂ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਸਾਰੇ ਅਸਥਾਨਾਂ 'ਤੇ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ ਕੀਤਾ ਜਾਂਦਾ ਹੈ। ਔਰ ਇਹ 5 ਬਾਣੀਆਂ ਪੜ੍ਹ ਕੇ ਹੀ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਹੈ। ਪੰਜਾਂ ਦਾ ਬਹੁਤ ਵੱਡਾ ਸਿਧਾਂਤ ਹੈ। ਮਹਾਰਾਜ ਸਾਹਿਬ ਜੀ ਨੇ 5 ਬਾਣੀਆਂ ਪੜ੍ਹੀਆਂ, 5 ਕਕਾਰੀ ਬਾਣਾ ਬਖਸ਼ਿਆ ਤੇ 5 ਹੀ ਪਿਆਰੇ ਸਾਜੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਹ 5 ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। 5 ਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ 5 ਕਕਾਰੀ ਬਾਣਾ ਬਖਸ਼ਿਆ ਔਰ 5 ਹੀ ਸਿੱਖਾਂ ਨੂੰ ਮਹਾਰਾਜ ਨੇ ਸਾਜ ਕੇ ਆਖਿਆ ਇਹ ਮੇਰੇ 5 ਪਿਆਰੇ ਆ, ਇਹ ਖਾਲਸਾ ਹਨ। ਇਸ ਕਰਕੇ 5 ਬਾਣੀਆਂ ਦੇ ਨਾਲ ਹਰੇਕ ਗੁਰਸਿੱਖ ਦਾ ਬੜਾ ਡੂੰਘਾ ਰਿਸ਼ਤਾ ਹੈ। ਇਹ ਰੂਹ ਦੀ ਸਾਂਝ ਹੈ, ਆਤਮਾ ਦੀ ਸਾਂਝ ਹੈ। ਤੋ ਗੁਰੂ ਕੀ ਮਰਿਆਦਾ ਅਨੁਸਾਰ ਜੋ ਗੁਰੂ ਕਾਲ ਤੋਂ ਚੱਲੀ ਆਉਂਦੀ ਹੈ, 10ਵੇਂ ਪਾਤਸ਼ਾਹ ਦੇ ਵੇਲੇ ਤੋਂ 5 ਬਾਣੀਆਂ ਦੇ ਨਿਤਨੇਮ ਦੀ ਮਰਿਆਦਾ, ਅੰਮ੍ਰਿਤ ਵੇਲੇ ਨਿਤਨੇਮ ਹੋਇਆ ਉਪਰੰਤ ਆਸਾ ਕੀ ਵਾਰ ਦਾ ਕੀਰਤਨ ਹੋਇਆ। ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਸਾਧ ਸੰਗਤ ਜੀ 10 ਪੋਹ ਦਾ ਦਿਨ ਹੈ। ਜੋ ਦਿਨ ਚੜ੍ਹ ਰਿਹਾ ਹੈ, ਆ ਰਿਹਾ ਹੈ, ਜੋ ਰਾਤ ਲੰਘੀ ਹੈ, 9 ਪੋਹ ਦੀ ਰਾਤ ਲੰਘੀ ਹੈ। ਤੇ ਜਿਸ ਦਿਨ ਦੀ ਸ਼ੁਰੂਆਤ ਹੋ ਰਹੀ ਹੈ, ਇਹ ਦਿਨ 10 ਪੋਹ ਦਾ ਆਰੰਭ ਹੋ ਰਿਹਾ ਹੈ। ਕੱਲ੍ਹ ਆਪਾਂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਵਿਚਾਰਿਆ ਸੀ ਵੀ ਜਿਵੇਂ 8 ਪੋਹ ਦੀ ਰਾਤ ਨੂੰ ਮਹਾਰਾਜ ਸਾਹਿਬ ਜੀ ਨੇ ਖਾਲਸੇ ਦੇ ਬੇਨਤੀ ਕਰਨ ਤੋਂ ਚਮਕੌਰ ਦੀ ਗੜੀ ਤਿਆਗੀ ਛੱਡੀ ਤੇ ਬਾਹਰ ਨਿਕਲ ਕੇ ਫਿਰ 3 ਸਿੰਘਾਂ ਦੇ ਸਮੇਤ ਮਹਾਰਾਜ ਨੇ 3 ਵਾਰੀ ਤਾੜੀ ਮਾਰੀ, ਉੱਚੀ ਜਕਾਰਾ ਬੁਲਾਇਆ ਤੇ ਦੱਸਿਆ ਵੀ ਅਸੀਂ ਜਾ ਰਹੇ ਹਾਂ, ਜਿਸ ਵਿੱਚ ਹਿੰਮਤ ਹੈ ਸਾਨੂੰ ਫੜ ਲਵੋ। ਫਿਰ ਫੌਜਾਂ ਦੇ ਵਿੱਚ ਦੀ ਮਹਾਰਾਜ ਸਾਹਿਬ ਜੀ ਗਰੀਬ ਨਵਾਜ ਸਾਰੀ ਫੌਜ ਨੂੰ ਚੀਰਦੇ ਹੋਏ ਤੇ ਮਾਛੀਵਾੜੇ ਦੇ ਜੰਗਲ ਵੱਲ ਨੂੰ ਆਏ। ਜਿਵੇਂ ਇੱਥੇ ਸਤਿਗੁਰੂ ਜੀ ਨੇ ਆ ਕਰਕੇ ਟਿੰਡ ਦਾ ਸਿਰਹਾਣਾ ਲਾਇਆ, ਕੁਝ ਸਮਾਂ ਮਹਾਰਾਜ ਬਿਰਾਜੇ ਤੇ ਕੱਲ੍ਹ ਦਾ ਜਿਹੜਾ 9 ਪੋਹ ਦਾ ਦਿਨ ਚੜ੍ਹਿਆ ਸੀ, ਇਹਦੇ ਚੜ੍ਹਾਅ ਦੇ ਨਾਲ, ਕਿਉਂਕਿ 8 ਪੋਹ ਦੀ ਰਾਤ ਨੂੰ ਮਹਾਰਾਜ ਨੇ ਗੜੀ ਛੱਡੀ ਨਾ, ਤੇ ਸਤਿਗੁਰੂ ਜੀ ਨੇ 3 ਸਿੰਘਾਂ ਨੂੰ ਆਖਿਆ ਸੀ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ ਜੀ ਨੂੰ ਕਿ ਆ ਤਾਰੇ ਦੀ ਸੇਧ ਰੱਖ ਕੇ ਤੁਰੇ ਆਇਓ, ਤਾਰੇ ਨੂੰ ਸਿੱਧੇ ਤੁਰੇ ਆਇਓ। ਜੇ ਰਾਤ ਨੂੰ ਆਪਾਂ ਵਿਛੜ ਗਏ, ਮਿਲਾਪ ਨਾ ਹੋਇਆ ਤੇ ਦਿਨ ਚੜ੍ਹੇ ਮਿਲ ਜਾਓਗੇ, ਘਬਰਾਇਓ ਨਾ, ਕੋਈ ਫਿਕਰ ਨਹੀਂ ਕਰਨਾ। ਰਾਤ ਮਿਲਾਪ ਨਹੀਂ ਹੋਇਆ, ਦਿਨੇ ਸੂਰਜ ਚੜ੍ਹਨ ਦੇ ਨਾਲ ਮਿਲਾਪ ਹੋਇਆ 3 ਸਿੰਘਾਂ ਦਾ। 3 ਸਿੰਘ ਆਪਸ ਵਿੱਚ ਮਿਲ ਗਏ, ਇਕੱਠੇ ਹੋਏ। ਫਿਰ ਸਾਹਮਣਿਓਂ ਜੰਗਲ ਦੇ ਵਿੱਚੋਂ ਇੱਕ ਲਿਸ਼ਕਦੀ ਹੋਈ ਚੀਜ਼ ਦਿਖਾਈ ਦਿੱਤੀ, ਲਿਸ਼ਕ ਪੈ ਰਹੀ ਹੈ। ਤਾਂ ਉਸ ਵੇਲੇ ਸਿੰਘਾਂ ਨੇ ਆਪਸ ਵਿੱਚ ਵਿਚਾਰ ਕੀਤਾ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਸਾਹਮਣੇ ਬਿਰਾਜੇ ਲੱਗਦੇ ਆ।
ਕਿਉਂਕਿ ਆ ਜਿਹੜੀ ਵਸਤੂ ਲਿਸ਼ਕ ਰਹੀ ਹੈ ਇਹ ਗੁਲਸ਼ਤਰਾਨ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ, ਜੋ ਮਹਾਰਾਜ ਸਾਹਿਬ ਜੀ ਨੇ ਆਪਣੇ ਸੱਜੇ ਹੱਥ ਦੇ ਸੱਜੇ ਅੰਗੂਠੇ ਦੇ ਉੱਤੇ ਔਰ ਹੱਥ ਦੇ ਉੱਤੇ ਇਸ ਤਰ੍ਹਾਂ ਦਾ ਦਸਤਾਨਾ ਪਾਇਆ ਹੋਇਆ ਸੀ ਅਤੇ ਸੱਜੇ ਅੰਗੂਠੇ ਦੇ ਉੱਤੇ ਗੁਲਸ਼ਤਰਾਨ ਸੀ ਜਿਹੜਾ ਇੱਕ ਛੱਲੇ ਦੀ ਕਿਸਮ ਦਾ, ਅਤੇ ਉਹਦੇ ਉੱਤੇ ਹੀਰਾ ਜੜਿਆ ਹੋਇਆ ਸੀ। ਉਹਦੇ ਨਾਲ ਜਦੋਂ ਮਹਾਰਾਜ ਤੀਰ ਖਿੱਚ ਕੇ ਛੱਡਦੇ ਸੀ ਤੇ ਉਹਦੀ ਸਹਾਇਤਾ ਲੈਂਦੇ ਸਨ ਵੀ ਹੱਥ ਦੇ ਉੱਤੇ ਅੰਗੂਠੇ ਦੇ ਉੱਤੇ ਝਰੀਟਾਂ ਨਾ ਪੈਣ, ਜ਼ਖਮ ਨਾ ਹੋਵੇ, ਵੀ ਛੇਤੀ ਛੇਤੀ ਜਦੋਂ ਤੀਰ ਚਲਾਉਣੇ। ਉਹ ਜਿਹੜਾ ਗੁਲਸ਼ਤਰਾਨ ਸੀ, ਸੂਰਜ ਦੀਆਂ ਕਿਰਨਾਂ ਉਹਦੇ 'ਤੇ ਪਈਆਂ, ਚੜ੍ਹਦੇ ਸੂਰਜ ਦੀਆਂ, ਉਹ ਲਿਸ਼ਕਦਾ ਹੈ। ਉਹਦੀ ਲਿਸ਼ਕੋਰ ਵੇਖ ਕਰਕੇ ਸਿੰਘ ਉੱਧਰ ਨੂੰ ਆਉਂਦੇ ਹਨ ਤਿੰਨੇ ਹੀ, ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਲੰਮੇ ਪਏ। ਫਿਰ ਆ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰਦੇ ਆ। ਜਦੋਂ ਚਰਨਾਂ ਨੂੰ ਸਪਰਸ਼ ਕੀਤਾ ਹੈ ਤੇ ਸਤਿਗੁਰੂ ਜੀ ਉਸੇ ਵੇਲੇ ਜੋ ਵੱਖੀ ਪਰਨੇ ਮਹਾਰਾਜ ਸਾਹਿਬ ਜੀ ਪਏ ਸਨ ਤਾਂ ਇੱਕੇ ਦਮ ਉੱਠ ਕੇ ਬੈਠ ਜਾਂਦੇ। ਤੇ ਜਦੋਂ ਸਤਿਗੁਰੂ ਜੀ ਬੈਠ ਜਾਂਦੇ ਆ ਫਿਰ ਤਿੰਨੇ ਹੀ ਸਿੰਘ ਕਲਗੀਧਰ ਪਾਤਸ਼ਾਹ ਨੂੰ ਸੀਸ ਝੁਕਾ ਕੇ ਤੇ ਫਤਿਹ ਗਜਾਉਂਦੇ ਕਹਿੰਦੇ ਆ, ਸਤਿਗੁਰੂ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਥੋਂ ਫਿਰ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਿੰਨਾ ਪੈਂਡ ਆਏ ਸਫ਼ਰ ਕਰਕੇ, ਪੈਦਲ ਚੱਲ ਕੇ, ਭਾਵੇਂ ਜੋੜਾ ਪਾਇਆ ਹੋਇਆ ਸੀ, ਜੁੱਤੀ ਵੀ ਲੱਗਣੀ, ਕੰਡੇ ਵੀ ਝਾੜੀਆਂ ਦੇ ਵਿੱਚ ਦੀ ਲੰਘ ਕੇ ਆਏ, ਜਾਮਾਂ ਵੀ ਲੀਰੋ ਲੀਰ ਹੋਇਆ। ਮਹਾਰਾਜ ਸਾਹਿਬ ਜੀ ਦੇ ਪਵਿੱਤਰ ਲੱਤਾਂ ਦੇ ਵਿੱਚ ਵੀ ਕੰਡਿਆਂ ਦੀਆਂ ਝਾੜੀਆਂ ਦੀਆਂ ਝਰੀਟਾਂ ਆਈਆਂ ਹੋਈਆਂ ਅਤੇ ਚਰਨਾਂ ਵਿੱਚ ਵੀ ਛਾਲੇ ਪਏ ਸੀ। ਉਸ ਵੇਲੇ ਮਹਾਰਾਜ ਸਾਹਿਬ ਜੀ ਦੀ ਇਹ ਅਵਸਥਾ ਵੇਖ ਕਰਕੇ ਅਤੇ ਜਦੋਂ ਭੁੰਜੇ ਹੀ ਮਹਾਰਾਜ ਸਾਹਿਬ ਜੀ ਇੱਕ ਕੱਪੜਾ ਆਪਣਾ ਵਿਛਾ ਕਰਕੇ ਉਹਦੇ 'ਤੇ ਸਤਿਗੁਰੂ ਜੀ ਲੰਮੇ ਪਏ ਸਨ, ਵੇਖ ਕੇ ਤੇ ਭਾਈ ਮਾਨ ਸਿੰਘ ਜੀ ਦਾ ਮਨ ਭਰ ਆਉਂਦਾ। ਉਹ ਸਿੰਘ ਕੋਈ ਡੋਲਣ ਵਾਲੇ ਨਹੀਂ ਸੀ, ਸਵਾ ਸਵਾ ਲੱਖ ਨਾਲ ਲੜਨ ਵਾਲੇ, ਪਰ ਗੁਰੂ ਸਾਹਿਬ ਜੀ ਭੁੰਜੇ ਹੀ ਲੰਮੇ ਪਏ ਹਨ ਤੇ ਸਿੰਘਾਂ ਦਾ ਹਿਰਦਾ ਪੱਥਰ ਤੇ ਹੈ ਨਹੀਂ। ਸਾਧ ਸੰਗਤ ਜੀ, ਉਹ ਪ੍ਰੇਮ ਵਾਲਾ ਹਿਰਦਾ ਹੈ, ਭਾਵਨਾ ਵਾਲਾ ਹਿਰਦਾ ਹੈ, ਤੇ ਐਸਾ ਮਨ ਵਿੱਚ ਖਿਆਲ ਆਉਂਦਾ ਹੈ ਤੇ ਬੇਨਤੀ ਫਿਰ ਕਰਦੇ ਹਨ ਕਿ ਮਹਾਰਾਜ ਇਹ ਕਿਸ ਤਰ੍ਹਾਂ ਦਾ ਭਾਣਾ ਹੈ ਭਾਈ ਮਾਨ ਸਿੰਘ ਜੀ, ਵੀ ਕਿੱਥੇ ਤੇ ਮਹਾਰਾਜ ਆਪ ਜੀ ਦੇ ਹੇਠਾਂ ਘੋੜੇ ਹਾਥੀ ਹੁੰਦੇ ਸੀ, ਆਪ ਘੋੜਿਆਂ ਤੇ ਹਾਥੀਆਂ ਦੀ ਸਵਾਰੀ ਕਰਦੇ, ਚਰਨ ਵੀ ਰੱਖਣਾ ਤੇ ਚੰਦਨ ਦੀ ਚੌਂਕੀ ਤੇ ਸਵਾ ਸਵਾ ਲੱਖ ਦਾ ਤੰਬੂ ਚੰਦੋਆ ਸਜਣਾ ਆਪ ਜੀ ਦੇ ਸੀਸ ਤੇ, 2.5 ਲੱਖ ਦਾ ਤੰਬੂ ਸਜਣਾ, ਹਜ਼ਾਰਾਂ ਸਿੱਖ ਨਮਸਕਾਰਾਂ ਕਰਨ ਵਾਸਤੇ ਖਲੋਤੇ ਰਹਿੰਦੇ, ਚਾਰੇ ਸਾਹਿਬਜ਼ਾਦੇ ਆਪ ਜੀ ਦੇ ਆਸ-ਪਾਸ ਹੁੰਦੇ, ਬਾਬਾ ਅਜੀਤ ਸਿੰਘ ਜੀ ਸੱਜੇ ਪਾਸੇ ਖਲੋਂਦੇ, ਨਾਲ ਹੀ ਬਾਬਾ ਜੁਝਾਰ ਸਿੰਘ ਜੀ ਆਪ ਜੀ ਦੇ ਗੋਡੇ ਨਾਲ ਲੱਗ ਕੇ ਖਲੋਂਦੇ, ਅਗਲੇ ਪਾਸੇ ਜੋਰਾ ਸਿੰਘ ਤੇ ਫਤਿਹ ਸਿੰਘ ਵੀ ਆ ਕੇ ਬੈਠ ਜਾਂਦੇ, ਆਲੇ ਦੁਆਲੇ ਬਲੀ ਬਹਾਦਰ ਸਿੰਘਾਂ ਦਾ ਜਥਾ ਹੁੰਦਾ। ਇਸ ਵੇਲੇ ਨਾ ਮਹਾਰਾਜ ਆਪ ਜੀ ਦੀ ਸਵਾਰੀ ਵਾਸਤੇ ਘੋੜਾ ਹੈ, ਨਾ ਮਹਾਰਾਜ ਸਾਹਿਬ ਜੀ ਸੀਸ ਤੇ ਕਲਗੀ ਜਿਗਾ ਹੈ, ਕਿਉਂਕਿ ਖਾਲਸੇ ਨੂੰ ਦੇ ਕੇ ਗੜੀ 'ਚ ਆਏ ਮਹਾਰਾਜ, ਤੇ ਨਾ ਕੋਈ ਅਸਵਾਰੀ ਹੈ ਤੇ ਨਾ ਕੋਈ ਚੰਦੋਆ ਚਾਨਣੀ ਹੈ, ਤੇ ਕਿੱਥੇ ਵਸਦਾ ਰਸਦਾ ਆਨੰਦਪੁਰ ਸਾਹਿਬ, ਉਸ ਨੂੰ ਵੀ ਤਿਆਗ ਕਰਕੇ ਤੇ ਆਪ ਮਖਮਲੀ ਸੇਜਾਂ ਤੇ ਵਿਰਾਜਣ ਵਾਲੇ ਸਤਿਗੁਰੂ ਅੱਜ ਜ਼ਮੀਨ ਤੇ ਹੀ ਪਏ ਹੋਏ ਹੋ। ਸੁਭਾਵਕ ਹੀ ਸਿੰਘ ਦਾ ਮਨ ਦੇ ਵਿੱਚ ਐਸੀ ਭਾਵਨਾ, ਐਸਾ ਪਿਆਰ ਜਦੋਂ ਪ੍ਰਗਟ ਹੋਇਆ ਤੇ ਸਤਿਗੁਰੂ ਕਹਿਣ ਲੱਗੇ, ਸਿੰਘਾ ਧੀਰਜ ਰੱਖ, ਹੌਸਲਾ ਰੱਖ, ਇਹ ਵਾਹਿਗੁਰੂ ਦਾ ਭਾਣਾ ਹੈ ਤੇ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਦਾ ਹੈ। ਜਿਵੇਂ ਪੰਜਵੇਂ ਜਾਮੇ 'ਚ ਆਖਿਆ ਸੀ ਨਾ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਫਿਰ ਉੱਥੇ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਜਿਹੜਾ ਕੱਲ ਦਿਨ ਲੰਘਿਆ ਹੈ ਨਾ 9 ਪੋਹ ਦਾ, ਕੱਲ 9 ਪੋਹ ਦੀ ਸਵੇਰ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਤਿੰਨਾਂ ਸਿੰਘਾਂ ਦੀ ਹਾਜ਼ਰੀ ਦੇ ਵਿੱਚ। ਸੰਪਰਦਾਈ ਮਹਾਂਪੁਰਖ
ਇਹ ਬਚਨ ਪੜ੍ਹਾਉਂਦੇ ਹਨ ਕਿ ਉਸ ਵੇਲੇ ਸ਼ਹੀਦਾਂ ਸਿੰਘਾਂ ਦੀਆਂ ਰੂਹਾਂ ਸੱਚਖੰਡ ਜਾ ਰਹੀਆਂ, ਗੁਰਪੁਰੀ ਜਾ ਰਹੀਆਂ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਸੱਚਖੰਡ ਜਾ ਰਹੇ, ਜਿਨ੍ਹਾਂ ਨੇ ਪਿੱਛੇ ਸ਼ਹੀਦੀਆਂ ਪਾਈਆਂ। ਉਹਨਾਂ ਨੂੰ ਸੰਬੋਧਨ ਕਰਕੇ ਮਹਾਰਾਜ ਕਹਿੰਦੇ ਵੀ ਸਾਡੇ ਮਿੱਤਰ ਪਿਆਰੇ ਨੂੰ ਸਾਡਾ ਹਾਲ ਕਹਿਣਾ। ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿੱਤਰ ਪਿਆਰਾ ਆਖਿਆ ਹੈ, ਮੁਰਸ਼ਦ ਆਖਿਆ ਹੈ, ਆਪਣੇ ਆਪ ਨੂੰ ਮੁਰੀਦ ਆਖਿਆ ਹੈ, ਉਸ ਵਾਹਿਗੁਰੂ ਨੂੰ ਯਾਰ ਆਖਿਆ ਹੈ, ਸੱਜਣ ਆਖਿਆ ਹੈ। ਖਿਆਲ ਪਾਤਸ਼ਾਹੀ 10ਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਾਡਾ ਜੋ ਹਾਲ ਹੈ ਨਾ, ਜਿੱਥੇ ਉਹਨੇ ਰੱਖਿਆ ਉੱਥੇ ਅਸੀਂ ਰਹਿ ਰਹੇ ਹਾਂ। ਉਹਦੀ ਰਜਾ ਵਿੱਚ, ਉਸਦੇ ਭਾਣੇ ਵਿੱਚ, ਮਿੱਤਰ ਪਿਆਰੇ ਦੇ ਆਗਿਆ ਦੇ ਵਿੱਚ ਉਹਨੂੰ ਸਾਡਾ ਹਾਲ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਹੁਣ ਉੱਥੇ ਨਾ ਕੋਈ ਤਲਾਈ ਵਿਛੀ ਹੈ, ਨਾ ਕੋਈ ਉੱਤੇ ਰਜਾਈ ਓਢੀ ਹੋਈ ਆ, ਕੋਈ ਰਜਾਈ ਵੀ ਨਹੀਂ ਲਈ। ਪਰ ਮਹਾਰਾਜ ਕਹਿੰਦੇ, ਹੇ ਪ੍ਰਭੂ, ਹੇ ਮਿੱਤਰ ਪਿਆਰਿਆ, ਤੇਰੀ ਯਾਦ ਤੋਂ ਭੁੱਲ ਕਰਕੇ ਜਿਹੜਾ ਇਸ ਸਿਆਲ ਦੀ ਰੁੱਤ ਵਿੱਚ, ਪੋਹ ਮਹੀਨੇ ਦੇ ਠੰਡੀਆਂ ਰਾਤਾਂ ਦੇ ਵਿੱਚ ਜਿਹੜਾ ਰਜਾਈਆਂ ਲੈ ਕੇ ਪੈਣਾ ਹੈ ਨਾ, ਰਜਾਈਆਂ ਨੂੰ ਉੱਤੇ ਉੱਡਣਾ ਹੈ, ਤੇਰੀ ਯਾਦ ਭੁੱਲ ਜਾਣੀ। ਉਹ ਤਾਂ ਰੋਗ ਹੈ, ਰਜਾਈਆਂ ਰੋਗ ਹੈ। ਤੇਰੇ ਤੋਂ ਬਿਨਾਂ ਰਜਾਈਆਂ ਦਾ ਲੈਣਾ ਰੋਗ ਹੈ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਤੇ ਨਿਵਾਸ ਨਾਮ ਹੈ ਮਹਿਲਾਂ ਦਾ, ਮਾੜੀਆਂ ਦਾ, ਮਕਾਨਾਂ ਵਿੱਚ ਜਿਹੜਾ ਰਹਿਣਾ। ਹੁਣ ਉੱਥੇ ਤਾਂ ਕੋਈ ਮਕਾਨ ਨਹੀਂ, ਮਾਛੀਵਾੜੇ ਦੇ ਜੰਗਲ 'ਚ ਟਿੰਡ ਦਾ ਸਰਾਣਾ ਲਾ ਕੇ ਪਏ ਸੀ। ਪਰ ਤੇਰੀ ਯਾਦ ਭੁਲਾ ਕਰਕੇ ਜੋ ਮਕਾਨਾਂ, ਮਹਿਲਾਂ, ਮਾੜੀਆਂ ਵਿੱਚ ਰਹਿਣਾ, ਨਿਵਾਸਾਂ ਵਿੱਚ ਰਹਿਣਾ ਹੈ, ਉਹ ਮਹਾਰਾਜ ਕਹਿੰਦੇ ਨਾਗਾਂ ਦੇ ਵਿੱਚ ਰਹਿਣਾ ਹੈ, ਸੱਪਾਂ ਦੇ ਵਿੱਚ ਰਹਿਣਾ ਹੈ। ਇਸ ਤਰ੍ਹਾਂ ਜਾਣੋ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ, ਖੰਜਰ ਪਿਆਲਾ, ਜੋ ਸੁਰਾਹੀਆਂ ਪੀਣੀਆਂ, ਪਿਆਲੇ ਪੀਣੇ ਆ, ਪ੍ਰਭੂ ਨੂੰ ਭੁਲਾ ਕਰਕੇ ਉਹ ਸੁਰਾਹੀਆਂ ਸੂਲ ਵਰਗੀਆਂ ਵਾ, ਪੀੜ ਹੋਣ ਵਰਗੀਆਂ ਵਾ, ਸੂਲ ਹੋਣ ਵਰਗੀਆਂ ਵਾ। ਤੇ ਉਹ ਪਿਆਲੇ ਜਿਹੜੇ ਉਹ ਜਿਵੇਂ ਖੰਜਰਾਂ ਦੀ ਤਰ੍ਹਾਂ, ਜਿਵੇਂ ਖੰਜਰ ਵੱਜਣੇ ਆ। ਬਿੰਗ ਕਸਾਈਆਂ ਦਾ ਸਹਿਣਾ, ਵਾਹਿਗੁਰੂ ਨੂੰ ਭੁਲਾ ਕਰਕੇ ਜੋ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਣੇ ਆ, ਮਹਾਰਾਜ ਕਹਿੰਦੇ ਉਹ ਤੇ ਕਸਾਈਆਂ ਦਾ ਵਿੰਗਾ ਜਿਹਾ ਹਥਿਆਰ ਝੱਲਣਾ ਹੈ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਯਾਰੜੇ ਕਹੀਏ ਯਾਰ ਦਾ, ਮਿੱਤਰ ਪਿਆਰੇ ਦਾ, ਵਾਹਿਗੁਰੂ ਦਾ ਦਿੱਤਾ ਹੋਇਆ ਸਾਨੂੰ ਸੱਥਰ ਚੰਗਾ ਹੈ। ਸਾਨੂੰ ਇਹ ਸੱਥਰ ਮਾੜਾ ਨਹੀਂ ਲੱਗਦਾ, ਮਹਾਰਾਜ ਕਹਿੰਦੇ ਚੰਗਾ ਹੈ। ਸੱਥਰ ਕਹਿੰਦੇ ਭੁੰਜੇ ਹੀ ਲੰਮੇ ਪੈਣ ਨੂੰ, ਭੁੰਜੇ ਹੀ ਬੈਠਣ ਨੂੰ, ਜ਼ਮੀਨ ਦਾ ਹੀ ਆਸਣ। ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ। ਨਾਨਕ ਸਿਫਤੀ ਰਜਿਆਓ ਬਹੁ ਸੁਲਤਾਨ। ਇਹ ਇਤਿਹਾਸ ਦੇ ਬੋਲ ਹਨ। ਇੱਕ ਪ੍ਰੇਮੀ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕਹੇ ਸੀ। ਉਹਦੇ ਖੇਤ ਵਿੱਚ ਜਦੋਂ ਬੈਠੇ ਸਨ, ਸੱਥਰ ਕਹਿੰਦੇ ਆ ਭੁੰਜੇ ਹੀ ਬੈਠਣ ਨੂੰ, ਭੁੰਜੇ ਹੀ ਲੰਮੇ ਪੈਣ ਨੂੰ, ਜ਼ਮੀਨ ਦਾ ਹੀ ਆਸਣ ਹੈ। ਮਹਾਰਾਜ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਉਹ ਯਾਰ ਤੋਂ ਭੁੱਲ ਕੇ, ਮਿੱਤਰ ਪਿਆਰੇ ਪ੍ਰਭੂ ਤੋਂ ਭੁੱਲ ਕੇ ਜਿਹੜਾ ਖੁਸ਼ੀਆਂ ਖੇੜਿਆਂ ਦਾ ਰਹਿਣਾ ਹੈ ਨਾ, ਉਹ ਤਾਂ ਭੱਠੀ ਵਿੱਚ ਪੈਣ ਕੇ ਸੜਨ ਵਰਗਾ ਹੈ, ਭੁੱਜਣ ਵਰਗਾ ਹੈ। ਭੱਠ ਖੇੜਿਆਂ ਦਾ ਰਹਿਣਾ। ਉੱਥੇ ਫਿਰ ਤਿੰਨੇ ਸਿੰਘਾਂ ਨੂੰ ਮਹਾਰਾਜ ਧੀਰਜ ਦਿੰਦੇ ਆ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵੀ ਵਾਹਿਗੁਰੂ ਦਾ ਹੁਕਮ ਹੈ, ਉਹਦੀ ਰਜਾ ਹੈ। ਤੋ ਇਸ ਕਰਕੇ ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਜਿਸ ਆਨੰਦ ਵਿੱਚ ਮਹਾਰਾਜ ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਂ, ਉਸੇ ਆਨੰਦ ਦੇ ਵਿੱਚ ਇੱਥੇ ਮਾਛੀਵਾੜੇ ਦੇ ਜੰਗਲ ਵਿੱਚ ਹਾਂ। ਇਹ ਤਾਂ ਸਤਿਗੁਰਾਂ ਦੀ ਅਵਸਥਾ ਹੈ ਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਫਿਰ ਉੱਥੋਂ ਤਿੰਨੇ ਸਿੰਘ, ਜਿਵੇਂ ਮਹਾਰਾਜ ਸਾਹਿਬ ਜੀ ਨੂੰ ਜਲ ਵੀ ਛਕਾਇਆ ਜਾਂਦਾ ਹੈ, ਫਿਰ ਉੱਥੋਂ ਅੱਗੇ ਗੁਲਾਬੇ ਪੰਜਾਬੇ ਦਾ ਜਿਹੜਾ ਹੈ ਨੌਕਰ ਮਿਲਦਾ ਹੈ, ਉਹ ਜਾ ਕੇ ਦੱਸਦਾ ਹੈ ਤੇ ਬੇਨਤੀ ਕਰਕੇ ਮਹਾਰਾਜ ਸਾਹਿਬ ਜੀ ਨੂੰ ਆਪਣੇ ਘਰੇ ਲੈ ਕੇ ਜਾਂਦੇ। ਮਾਛੀਵਾੜੇ ਦੇ ਵਿੱਚ ਸਤਿਗੁਰੂ ਉਹਦੇ ਘਰੇ ਪਹੁੰਚਦੇ ਹਨ। ਇੱਧਰਲੇ ਪਾਸੇ ਸਾਧ ਸੰਗਤ ਜੀ, ਅੱਜ ਦੀ ਜਿਹੜੀ ਰਾਤ ਲੰਘੀ ਹੈ, ਗੁਰੂ ਕੇ ਛੋਟੇ ਲਾਲਾ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਇਹ ਰਾਤ
ਮੋਰਿੰਡੇ ਥਾਣੇ ਦੇ ਵਿੱਚ ਬਤੀਤ ਕੀਤੀ ਹੈ। ਕੱਲ੍ਹ ਦਾ ਜਿਹੜਾ 9 ਪੋਹ ਦਾ ਦਿਨ ਲੰਘਿਆ ਹੈ ਨਾ, ਇਸ ਦਿਨ ਗੰਗੂ ਬ੍ਰਾਹਮਣ ਨੇ ਆਪਣੇ ਖੇੜੀ ਪਿੰਡੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ। ਮੋਹਰਾਂ ਦੇ ਉੱਤੇ ਬੇਈਮਾਨ ਹੋ ਕੇ, ਲਾਲਚ ਕਰਕੇ 9 ਪੋਹ ਨੂੰ ਖੇੜੀ ਪਿੰਡ ਵਿੱਚੋਂ ਜਾਨੀ ਖਾਂ, ਮਾਨੀ ਖਾਂ, ਮੋਰਿੰਡੇ ਦੇ ਥਾਣੇਦਾਰਾਂ ਨੇ ਸਿਪਾਹੀਆਂ ਦੇ ਸਮੇਤ ਗੁਰੂ ਕੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਤੇ ਕੱਲ ਦੁਪਹਿਰ ਵੇਲੇ ਮੋਰਿੰਡੇ ਲਿਆਂਦਾ ਗਿਆ। ਤੇ ਫਿਰ ਇਹ ਕੱਲ 9 ਪੋਹ ਸੀ, ਜਿਹੜੀ ਇਹ ਰਾਤ ਲੰਘੀ ਹੈ 9 ਪੋਹ ਦੀ, ਇਸ ਰਾਤ ਕੋਤਵਾਲੀ ਦੇ ਵਿੱਚ ਮੋਰਿੰਡੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਰਾਤ ਬਤੀਤ ਕੀਤੀ। ਅੱਜ ਜਿਹੜਾ ਦਿਨ ਚੜ੍ਹ ਰਿਹਾ ਹੈ 10 ਪੋਹ ਦਾ ਦਿਨ ਚੜ੍ਹਿਆ, ਤੇ ਅੱਜ ਦਿਨੇ ਮਾਤਾ ਜੀ ਅਤੇ ਛੋਟੇ ਲਾਲਾ ਨੂੰ, ਗੁਰੂ ਕੇ ਪੁੱਤਰਾਂ ਨੂੰ, ਫਿਰ ਮੋਰਿੰਡੇ ਤੋਂ, ਕੋਤਵਾਲੀ ਤੋਂ ਇਹ ਜਾਨੀ ਖਾਂ, ਮਾਨੀ ਖਾਂ ਥਾਣੇਦਾਰ ਸਿਪਾਹੀਆਂ ਦੇ ਸਮੇਤ ਸਰਹੰਦ ਲੈ ਕਰਕੇ ਜਾਂਦੇ ਆ। ਫਿਰ ਅਗਲੀਆਂ ਜਿਹੜੀਆਂ 3 ਰਾਤਾਂ ਇਹ ਠੰਡੇ ਬੁਰਜ ਦੇ ਵਿੱਚ ਸਰਹੰਦ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਬਤੀਤ ਕੀਤੀਆਂ। 10 ਪੋਹ ਦੀ ਰਾਤ, 11 ਪੋਹ ਦੀ ਰਾਤ ਤੇ 12 ਪੋਹ ਦੀ ਰਾਤ, 3 ਰਾਤਾਂ ਇਹ ਉਹ ਠੰਡੇ ਬੁਰਜ ਦੇ ਵਿੱਚ ਸਰਹੰਦ ਦੇ ਵਿੱਚ, ਜਿਹਦੇ 4 ਚੁਫੇਰਿਓਂ ਠੰਡੀਆਂ ਹਵਾਵਾਂ ਆਉਂਦੀਆਂ, ਉੱਥੇ ਮਾਤਾ ਜੀ ਨੇ 3 ਰਾਤਾਂ ਬਤੀਤ ਕੀਤੀਆਂ। ਉਹ ਅਗਲਾ ਇਤਿਹਾਸ ਅਗਲੇ ਦਿਨਾਂ ਵਿੱਚ ਨਾਲ ਨਾਲ ਬੇਨਤੀ ਸਾਂਝੀ ਕੀਤੀ ਜਾਵੇਗੀ। ਤੋ ਲੜੀਵਾਰ ਰੂਪ ਦੇ ਵਿੱਚ ਗਰੀਬ ਨਵਾਜ਼ ਸਤਿਗੁਰੂ ਜੀ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਵਾਹਿਗੁਰੂ ਇੱਕ ਹੈ, ਉਸ ਦੇ ਨਾਮ ਅਨੇਕਾਂ ਹਨ, ਉਸ ਦੇ ਰੂਪ ਵੀ ਅਨੰਤਾ ਹਨ, ਉਸ ਦੇ ਗੁਣ ਵੀ ਬੇਅੰਤ ਹਨ, ਪਰ ਉਹ ਹਸਤੀ ਇੱਕ ਹੈ। ਉਸ ਨੂੰ ਕਿਸੇ ਨੇ ਰਾਮ ਆਖਿਆ, ਕਿਸੇ ਨੇ ਰਹੀਮ ਆਖਿਆ, ਕਿਸੇ ਨੇ ਅੱਲਾ ਆਖਿਆ, ਕਿਸੇ ਨੇ ਖੁਦਾ ਆਖਿਆ, ਕਿਸੇ ਨੇ ਗੁਸਈਆਂ ਆਖਿਆ, ਕਿਸੇ ਨੇ ਬੀਠਲ ਆਖਿਆ, ਕਿਸੇ ਨੇ ਦਮੋਦਰ ਆਖਿਆ, ਕਿਸੇ ਨੇ ਕੋਈ ਨਾਂ ਤੇ ਕਿਸੇ ਨੇ ਕੋਈ ਨਾਮ ਉਸ ਦਾ ਲਿਆ। ਵੱਖ ਵੱਖ ਇਲਾਕਿਆਂ ਕਰਕੇ ਪਰਮੇਸ਼ਰ ਦੇ ਨਾਮ ਵੱਖਰੇ ਵੱਖਰੇ ਹਨ। ਵੱਖ ਵੱਖ ਬੋਲੀ ਕਰਕੇ ਵਾਹਿਗੁਰੂ ਜੀ ਦੇ ਨਾਮ ਵੱਖਰੇ ਵੱਖਰੇ ਹਨ। ਵੱਖ ਵੱਖ ਭਾਸ਼ਾ ਕਰਕੇ ਉਹਦੇ ਨਾਮ ਵੱਖਰੇ ਵੱਖਰੇ ਹਨ, ਪਰ ਉਹ ਹਸਤੀ ਇੱਕ ਹੈ। ਸਤਿਗੁਰੂ ਜੀ ਨੇ ਫਰਮਾਇਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾ ਹੈ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਤੇਰੇ ਨਾਮ ਅਨੇਕਾ, ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਇਹ ਵਾਹਿਗੁਰੂ ਜੀ, ਤੇਰੇ ਨਾਮ ਵੀ ਅਨੇਕਾਂ ਵਾ, ਤੇਰੇ ਰੂਪ ਵੀ ਅਨੰਤ ਬੇਅੰਤ ਹਨ, ਤੇ ਤੇਰੇ ਗੁਣ ਵੀ ਕਹੇ ਨਹੀਂ ਜਾ ਸਕਦੇ ਵੀ ਕਿੰਨੇ ਕੁ ਤੇਰੇ ਗੁਣ ਹਨ। ਪਰ ਤੂੰ ਇੱਕ ਹੈ, ਇੱਕੋ ਹੀ ਹੈ। ਮਹਾਰਾਜ ਕਹਿੰਦੇ ਵੀ ਉਹ ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਉਸਨੇ ਪ੍ਰਕਾਸ਼ ਕੀਤਾ ਹੋਇਆ ਹੈ। ਇੱਕ ਇੱਕ ਮਨੁੱਖ ਦੇ ਵਿੱਚ ਉਹਦਾ ਪ੍ਰਕਾਸ਼ ਹੈ, ਇੱਕ ਇੱਕ ਜੀਵ ਜੰਤੂ ਦੇ ਵਿੱਚ ਉਸ ਦਾ ਪ੍ਰਕਾਸ਼ ਹੈ। ਜਿੰਨੇ ਜੀਵ ਪੈਦਾ ਕੀਤੇ ਸਾਰਿਆਂ ਵਿੱਚ ਉਸ ਵਾਹਿਗੁਰੂ ਜੀ ਦਾ ਹੀ ਪ੍ਰਕਾਸ਼ ਹੈ। ਪ੍ਰਕਾਸ਼ ਦਾ ਭਾਵ ਕੀ ਹੋਇਆ? ਸਾਡੇ ਵਿੱਚ ਪ੍ਰਕਾਸ਼ ਕਿਹੜਾ ਹੈ? ਸੁਭਾਵਿਕ ਜਿਹੜਾ ਪ੍ਰਕਾਸ਼ ਹੈ ਵੀ ਅੱਖਾਂ ਵੇਖ ਰਹੀਆਂ, ਇਹ ਵੀ ਉਹਦਾ ਹੀ ਪ੍ਰਕਾਸ਼ ਹੈ, ਉਸ ਦੀ ਜੋਤ ਦਾ ਹੀ ਪ੍ਰਕਾਸ਼ ਹੈ ਵੀ ਸਾਡੀਆਂ ਅੱਖਾਂ ਨੂੰ ਸਾਰਾ ਕੁਝ ਅੱਗੇ ਦਿਸ ਰਿਹਾ ਹੈ। ਇਹ ਵਾਹਿਗੁਰੂ ਜੀ ਦੇ ਪ੍ਰਕਾਸ਼ ਕਰਕੇ ਦਿਸ ਰਿਹਾ, ਉਹਦੀ ਜੋਤ ਸਾਡੇ ਅੰਦਰ ਹੈ ਤਾਂ ਹੀ ਦਿਸ ਰਿਹਾ ਹੈ। ਕੰਨ ਸੁਣ ਰਹੇ ਆ ਤੇ ਉਹਦੀ ਜੋਤ ਕਰਕੇ ਹੀ ਸੁਣ ਰਹੇ ਆ।
ਰਸਨਾ ਬੋਲ ਰਹੀ ਹੈ ਤੇ ਵਾਹਿਗੁਰੂ ਜੀ ਦਾ ਅੰਦਰ ਪ੍ਰਕਾਸ਼ ਹੈ ਤੇ ਤਾਂ ਹੀ ਬੋਲਦੀ ਹੈ। ਨਾਸਕਾਂ ਸੁਗੰਧੀ ਲੈਂਦੀਆਂ ਤੇ ਉਹਦੇ ਪ੍ਰਕਾਸ਼ ਕਰਕੇ, ਹੱਥ ਹਿੱਲ ਰਹੇ ਆ, ਕੰਮ ਕਰਦੇ ਆ, ਪੈਰ ਤੁਰਦੇ ਆ, ਬੁੱਧੀ ਨਿਸ਼ਚਾ ਕਰਦੀ ਹੈ, ਅੰਦਰ ਮਨ ਫੁਰਨੇ ਉਠਾਉਂਦਾ ਹੈ, ਚਿੱਤ ਚੇਤੇ ਕਰਦਾ ਹੈ ਤੇ ਅਹੰ ਭਾਵ ਹੈ, ਮਨ ਬੁੱਧ ਚਿੱਤ ਅਹੰ, ਇਹ ਸਾਰਾ ਕੁਝ ਜਿਹੜਾ ਹੈ ਅੰਦਰਲੀ ਬਾਹਰਲੀ ਕਿਰਿਆ ਜਿੰਨੀ ਵੀ ਹੋ ਰਹੀ ਹੈ ਸਾਡੇ ਸਰੀਰ ਦੇ ਵਿੱਚ, ਇਹ ਉਹਦੇ ਪ੍ਰਕਾਸ਼ ਕਰਕੇ ਹੀ ਤਾਂ ਹੋ ਰਹੀ ਹੈ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ, ਸਭ ਮਹਿ ਚਾਨਣ ਹੋਏ। ਜਦੋਂ ਆਪਣੀ ਜੋਤ ਵਿੱਚੋਂ ਖਿੱਚ ਲੈਂਦਾ ਹੈ, ਬਾਹਰ ਕੱਢ ਲੈਂਦਾ, ਫਿਰ ਅੱਖਾਂ ਨਹੀਂ ਵੇਖਦੀਆਂ, ਅੱਖਾਂ ਵਿੱਚੇ ਹੁੰਦੀਆਂ ਵਾ। ਜਦੋਂ ਸਰੀਰ ਮੁਰਦਾ ਹੋ ਜਾਂਦਾ, ਫਿਰ ਅੱਖਾਂ ਕਿਉਂ ਨਹੀਂ ਵੇਖਦੀਆਂ, ਫਿਰ ਕੰਨ ਕਿਉਂ ਨਹੀਂ ਸੁਣਦੇ, ਫਿਰ ਨਾਸਕਾਂ ਨੂੰ ਸੁਗੰਧੀ ਦੁਰਗੰਧੀ ਕਿਉਂ ਨਹੀਂ ਆਉਂਦੀ, ਫਿਰ ਇਹ ਰਸਨਾ ਕਿਉਂ ਨਹੀਂ ਬੋਲਦੀ, ਫਿਰ ਹੱਥ ਕਿਉਂ ਨਹੀਂ ਹਿਲਦੇ, ਪੈਰ ਕਿਉਂ ਨਹੀਂ ਚੱਲਦੇ, ਕਿਉਂਕਿ ਵਿੱਚੋਂ ਜੋਤ ਨਿਕਲ ਗਈ। ਉਹਦੇ ਜੋਤ ਕਰਕੇ ਹੀ ਸਾਡਾ ਇਹ ਸਾਰਾ ਸਰੀਰ ਜਿਹੜਾ ਹੈ ਅੰਦਰਲੀ ਤੇ ਬਾਹਰਲੀ ਕਿਰਿਆ ਸਾਰੀ ਹੋ ਰਹੀ ਹੈ। ਮਹਾਰਾਜ ਕਹਿੰਦੇ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਉਸ ਵਾਹਿਗੁਰੂ ਦੇ ਚਾਨਣ ਕਰਕੇ ਹੀ ਸਾਰਾ ਚਾਨਣ ਹੋ ਰਿਹਾ। ਪ੍ਰਕਾਸ਼ ਉਸੇ ਦਾ ਹੀ ਹੈ। ਕਿਸੇ ਨੂੰ ਤੇ ਉਸ ਪ੍ਰਕਾਸ਼ ਦੇ ਨਾਲ ਸਾਂਝ ਬਣ ਗਈ, ਉਸ ਪ੍ਰਕਾਸ਼ ਬਾਰੇ ਸਮਝ ਆ ਗਈ, ਸੋਝੀ ਆ ਗਈ, ਉਹ ਉਹਦੇ ਨਾਲ ਜੁੜ ਗਿਆ, ਉਹਦਾ ਸਿਮਰਨ ਕਰਨ ਲੱਗ ਪਿਆ, ਭਗਤੀ ਕਰਨ ਲੱਗ ਪਿਆ, ਨਾਮ ਜਪਣ ਲੱਗ ਪਿਆ। ਤੇ ਕਿਸੇ ਨੂੰ ਸੋਝੀ ਨਹੀਂ ਆਈ, ਉਹ ਅਣਜਾਣ ਹੈ, ਪਰ ਪ੍ਰਕਾਸ਼ ਉਹਦੇ ਨਾਲ ਹੀ ਹੋ ਰਿਹਾ ਹੈ। ਚੱਲਦਾ ਫਿਰਦਾ ਉਹ ਵੀ ਉਸੇ ਸ਼ਕਤੀ ਦੇ ਨਾਲ ਹੀ ਹੈ। ਉਸ ਨੂੰ ਮਹਾਰਾਜ ਨੇ ਆਖਿਆ, ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ। ਵਸਦਾ ਉੱਥੇ ਵੀ ਹੈ ਜਿੱਥੇ ਉਹਨੂੰ ਨਹੀਂ ਸਮਝਿਆ, ਨਹੀਂ ਜਾਣਿਆ, ਨਹੀਂ ਪਛਾਣਿਆ, ਨਹੀਂ ਉਹਦੇ ਨਾਲ ਜੁੜਿਆ, ਪਰ ਉੱਥੇ ਵੀ ਉਹਦਾ ਹੀ ਪ੍ਰਕਾਸ਼ ਹੈ। ਸਤਿਗੁਰੂ ਕਹਿੰਦੇ ਵੀ ਉਹ ਵਾਹਿਗੁਰੂ ਜੋ ਕਰੋੜਾਂ ਖੰਡਾਂ ਬ੍ਰਹਿਮੰਡਾਂ ਨੂੰ ਸਿਰਜਣ ਵਾਲਾ ਵੀ ਹੈ ਨਾ, ਉਹਨੇ ਸਾਰੇ ਬੰਨੇ ਪ੍ਰਕਾਸ਼ ਕੀਤਾ ਹੋਇਆ। ਉਹ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਰਚਨਾ ਪਾਲਣਾ ਤੇ ਲੈਤਾ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਜੀ ਦੀ ਸਮਝ ਪੈਂਦੀ ਹੈ। ਉਸ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ। ਰਾਗ ਰਾਮ ਕਲੀ ਮਹੱਲਾ ਨਾਵਾ ਤੇ ਪਦੇ। ਰਾਗ ਰਾਮ ਕਲੀ ਹੈ, ਮਹੱਲਾ ਨਾਵਾਂ। ਨਾਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਤੇ ਪਦੇ, ਤਿੰਨ ਪਦਿਆਂ ਵਾਲੇ ਇਹ ਸ਼ਬਦ ਮਹਾਰਾਜ ਸਾਹਿਬ ਜੀ ਦੇ ਹਨ। ਜਿਵੇਂ ਦੋ ਪਦੇ ਪਿੱਛੇ ਆਇਆ ਸੀ ਪਿਛਲੇ ਸ਼ਬਦਾਂ ਦੇ ਵਿੱਚ, ਦੋਵਾਂ ਪੌੜੀਆਂ ਵਾਲੇ ਜਿਹੜੇ ਸ਼ਬਦ ਹੋਣ ਦੋ ਪਦਿਆਂ ਵਾਲੇ, ਉਹਨਾਂ ਤੇ ਮਹਾਰਾਜ ਨੇ ਸਿਰਲੇਖ ਦੋ ਪਦੇ ਦਿੱਤਾ। ਇੱਥੇ ਤੇ ਪਦੇ ਵੀ ਤਿੰਨਾਂ ਪਦਿਆਂ ਵਾਲੇ ਸ਼ਬਦ। ਜਿੱਥੇ ਚਾਰ ਪਦਿਆਂ ਵਾਲੇ ਹੋਣ ਉੱਥੇ ਚੌ ਪਦੇ ਮਹਾਰਾਜ ਕਹਿ ਦਿੰਦੇ ਆ। ਜਿੱਥੇ ਪੰਜ ਪੌੜੀਆਂ ਵਾਲਾ ਸ਼ਬਦ ਹੋਵੇ ਉੱਥੇ ਪੰਜ ਪਦੇ ਕਹਿ ਦਿੰਦੇ ਆ। ਇਸੇ ਤਰ੍ਹਾਂ ਤੇ ਜਿੱਥੇ 8 ਪਦਿਆਂ ਵਾਲੇ ਸ਼ਬਦ ਹੋਣ ਉੱਥੇ ਮਹਾਰਾਜ ਸਾਹਿਬ ਜੀ ਸਿਰਲੇਖ ਅਸ਼ਟਪਦੀ ਵਰਤ ਦਿੰਦੇ ਆ, 8 ਪਦੇ। ਤਾਂ ਇੱਥੇ ਤੇ ਪਦੇ ਸਿਰਲੇਖ ਦਿੱਤਾ ਹੈ ਵੀ ਤਿੰਨਾਂ ਪਦਿਆਂ ਵਾਲੇ ਸ਼ਬਦ। ਮਹੱਲਾ ਨਾਵਾਂ ਵੀ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਮਹੱਲਾ ਪਹਿਲਾ ਹੋਵੇ ਤੇ ਆਪਾਂ ਸੁਭਾਵਿਕ ਹੀ ਸਮਝਦੇ ਹਾਂ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ। ਜਦੋਂ ਇਹ ਅਰਥ ਕੀਤਾ ਜਾਂਦਾ ਹੈ ਮਹੱਲਾ ਪਹਿਲਾ ਦਾ ਵੀ ਇਹ ਪਹਿਲੇ ਪਾਤਸ਼ਾਹ ਦੀ ਬਾਣੀ, ਮਹੱਲਾ ਦੂਜਾ ਵੀ ਦੂਜੇ ਪਾਤਸ਼ਾਹ ਜੀ ਦੀ ਬਾਣੀ, ਮਹੱਲਾ ਤੀਜਾ ਤੀਜੇ ਪਾਤਸ਼ਾਹ ਜੀ ਦੀ ਬਾਣੀ,
ਮਹੱਲਾ ਚੌਥਾ ਚੌਥੇ ਪਾਤਸ਼ਾਹ ਜੀ ਦੀ ਬਾਣੀ। ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ। ਇੱਥੇ ਹੈ ਮਹੱਲਾ ਨਾਵਾਂ ਤੇ ਨਾਵੇਂ ਪਾਤਸ਼ਾਹੀ ਦੀ ਬਾਣੀ। ਵੇਖੋ ਨਾਵੇਂ ਕਹਿੰਦੇ ਆਪਾਂ ਬਹੁ ਵਚਨ ਵਰਤੀ ਦਾ ਗੁਰੂ ਸਾਹਿਬ ਜੀ ਵਾਸਤੇ। ਜਦੋਂ ਮਹਾਰਾਜ ਸਾਹਿਬ ਜੀ ਦਾ ਨਾਮ ਲੈਣਾ ਹੋਵੇ, ਮਹੱਲਾ ਪਹਿਲੇ ਦੇ ਅਰਥ ਕਰਦੇ ਤੇ ਆਪਾਂ ਪਹਿਲੇ ਪਾਤਸ਼ਾਹ ਕਹਿੰਦੇ ਆ, ਕਦੀ ਵੀ ਪਹਿਲਾ ਪਾਤਸ਼ਾਹ ਨਹੀਂ ਆਖਿਆ। ਇੱਕ ਵਚਨ ਬਣ ਜਾਂਦਾ ਪਹਿਲਾ ਪਾਤਸ਼ਾਹ। ਇਸੇ ਤਰ੍ਹਾਂ ਹੀ ਜਦੋਂ ਦਸਵੇਂ ਪਾਤਸ਼ਾਹੀ ਦਾ ਨਾਮ ਲਈਏ, ਉੱਥੇ ਵੀ ਦਸਵੇਂ ਪਾਤਸ਼ਾਹ ਹੀ ਕਹਿਣਾ ਚਾਹੀਦਾ, ਦਸਵਾਂ ਪਾਤਸ਼ਾਹ ਨਹੀਂ ਕਹਿਣਾ ਚਾਹੀਦਾ। ਮਹੱਲਾ ਨਾਵਾਂ ਨਾਵੇਂ ਪਾਤਸ਼ਾਹ। ਸੁਭਾਵਿਕ ਹੀ ਜਦੋਂ ਦੂਜੇ ਨਾਲ ਗੱਲ ਕਰੀਏ, ਦੂਜੇ ਨੂੰ ਸੰਬੋਧਨ ਹੋ ਕਰਕੇ ਬੋਲੀਏ ਤੇ ਦੂਸਰੇ ਨੂੰ ਸਤਿਕਾਰ ਦਿੰਦਿਆਂ ਹੋਇਆਂ ਬਹੁ ਵਚਨ 'ਚ ਬੋਲੀਦਾ ਹੈ। ਆਪਣੀ ਗੱਲ ਕਰੀਏ ਤੇ ਆਪਣੀ ਗੱਲ ਇੱਕ ਵਚਨ 'ਚ ਕੀਤੀ ਜਾਂਦੀ ਹੈ। ਆਪਣੇ ਆਪ ਨੂੰ ਨੀਵਾਂ ਰੱਖ ਕੇ ਨਿਮਰਤਾ ਵਿੱਚ, ਤੇ ਦੂਜੇ ਨੂੰ ਆਓ ਜੀ। ਇੱਕ ਜਾਣਾ ਵੀ ਆਇਆ ਹੋਵੇ ਨਾ ਤੇ ਆਪਾਂ ਕਹਿੰਦੇ ਆਓ ਜੀ। ਇੱਕ ਜਾਣੇ ਨੂੰ ਵੀ ਸੰਬੋਧਨ ਕਰਨਾ ਹੋਵੇ ਤੇ ਆਖੀਦਾ ਹੈ ਆਪ ਜੀ ਜਾਂ ਤੁਸੀਂ। ਤੁਸੀਂ ਬਣ ਜਾਂਦਾ ਬਹੁ ਵਚਨ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦਾ ਨਾਮ ਜਿਸ ਵੇਲੇ ਲੈਣਾ ਤੇ ਭਾਵਨਾ ਨਾਲ, ਸ਼ਰਧਾ ਨਾਲ, ਨਾਵੇਂ ਪਾਤਸ਼ਾਹ, ਜਦੋਂ ਦਸਵੇਂ ਪਾਤਸ਼ਾਹ ਤੇ ਉੱਥੇ ਵੀ ਦਸਵੇਂ ਪਾਤਸ਼ਾਹ। ਇਹ ਨਾਵੇਂ ਪਾਤਸ਼ਾਹੀ ਦਾ ਪਵਿੱਤਰ ਸ਼ਬਦ ਆਰੰਭ ਹੋਇਆ ਔਰ ਇਹਨਾਂ ਸ਼ਬਦਾਂ ਦੀ ਉਥਾਨਕਾ ਹੈ ਵੀ ਇਹ ਰਾਮਕਲੀ ਰਾਗ ਦੇ ਸ਼ਬਦ ਮਹਾਰਾਜ ਸਾਹਿਬ ਜੀ ਨੇ ਸ੍ਰੀ ਪਟਨਾ ਸਾਹਿਬ ਦੇ ਵਿੱਚ ਉਚਾਰਨ ਕੀਤੇ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ। ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੋ ਸਾਰੀ ਬਾਣੀ ਹੈ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 15 ਰਾਗਾਂ ਦੇ ਵਿੱਚ ਹੈ। ਗੁਰਬਾਣੀ ਦਾ ਸ੍ਰੀ ਸਹਿਜ ਪਾਠ ਕਰਨ ਵਾਲੇ ਜਾਂ ਸ੍ਰੀ ਅਖੰਡ ਪਾਠ ਸਾਹਿਬ ਕਰਨ ਵਾਲੇ ਗੁਰਮੁਖ ਪਿਆਰੇ ਮਾਈ ਭਾਈ ਭਲੀ ਪ੍ਰਕਾਰ ਹੀ ਜਾਣਦੇ ਹਨ। ਵਿਦਤ ਹੈ ਉਹਨਾਂ ਨੂੰ, ਜਾਣਕਾਰੀ ਹੈ ਵੀ ਗੁਰੂ ਸਾਹਿਬ ਜੀ ਦੀ ਬਾਣੀ 15 ਰਾਗਾਂ ਦੇ ਵਿੱਚ ਹੈ। ਗੌੜੀ ਰਾਗ ਤੋਂ ਮਹਾਰਾਜ ਦੀ ਬਾਣੀ ਆਰੰਭ ਹੁੰਦੀ ਹੈ। ਪਹਿਲਾ ਸ਼ਬਦ ਆਉਂਦਾ ਹੈ ਸਾਧੋ ਮਨ ਕਾ ਮਾਣ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਿਸ ਭਾਗੋ। ਉੱਥੋਂ ਆਰੰਭ ਹੋ ਕਰਕੇ ਤੇ ਫਿਰ ਜੈਜਾਵੰਤੀ ਦੇ ਵਿੱਚ 4 ਸ਼ਬਦ ਮਹਾਰਾਜ ਦੀ ਬਾਣੀ ਦੇ ਹੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ 31ਵਾਂ ਰਾਗ ਹੈ। ਫਿਰ ਭੋਗ ਦੇ ਸ਼ਲੋਕ ਹਨ ਮਹਾਰਾਜ ਸਾਹਿਬ ਜੀ ਦੇ। ਪਹਿਲਾ ਬਚਨ ਹੈ ਸਾਧੋ ਮਨ ਕਾ ਮਾਣ ਤਿਆਗੋ, ਤੇ ਗਰੀਬ ਨਵਾਜ ਦਾ ਭੋਗ ਦੇ ਸ਼ਲੋਕਾਂ ਦਾ ਅਖੀਰਲਾ ਸ਼ਬਦ ਹੈ ਰਾਮ ਨਾਮ ਉਰਮੈ ਗਹਿਓ, ਜਾ ਕੇ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਪਹਿਲੇ ਬਚਨ ਵਿੱਚ ਮਹਾਰਾਜ ਨੇ ਆਖਿਆ ਵਾ ਵੀ ਸਾਧੋ ਮਨ ਕਾ ਮਾਣ ਤਿਆਗੋ। ਇਹ ਭਲੇ ਪੁਰਸ਼ੋ, ਵਾਹਿਗੁਰੂ ਦੇ ਰਾਹ ਤੇ ਚੱਲਣ ਵਾਲਿਓ, ਤਨ ਤੇ ਮਨ ਦੀ ਸਾਧਨਾ ਕਰਨ ਵਾਲੇ ਸਾਧੂ ਜਨੋ, ਮਨ ਦਾ ਹੰਕਾਰ ਛੱਡ ਦਿਓ। ਮਾਣ ਤਾਂ ਸੰਸਾਰ ਦੇ ਕੰਮਕਾਰ ਕਰਦਿਆਂ, ਸੰਸਾਰ 'ਚ ਵਿਚਰਦਿਆਂ ਸੰਸਾਰੀਆਂ ਨੂੰ ਵੀ ਆਉਂਦਾ ਹੈ, ਪਰ ਜਿਹੜਾ ਸਾਧੂ ਮਾਰਗ ਤੇ ਚੱਲਦਾ ਏ, ਇਸ ਮਾਰਗ ਵਿੱਚ ਮਾਣ ਜ਼ਿਆਦਾ ਆਉਂਦਾ ਹੈ ਵੀ ਮੈਂ ਸਾਧੂ ਹਾਂ, ਮੈਂ ਗਿਆਨੀ ਹਾਂ, ਮੈਂ ਧਾਰਮਿਕ ਹਾਂ। ਧਾਰਮਿਕ ਮੰਡਲ ਦੇ ਵਿੱਚ ਹੰਕਾਰ ਜ਼ਿਆਦਾ ਕਾਬੂ ਕਰਦਾ ਹੈ। ਨਾਮ ਜਪਣ ਦਾ ਵੀ ਹੰਕਾਰ ਹੁੰਦਾ ਹੈ, ਬਾਣੀ ਪੜ੍ਹਨ ਦਾ ਵੀ ਹੰਕਾਰ ਹੁੰਦਾ ਹੈ, ਸੇਵਾ ਕਰਨ ਦਾ, ਸਿਮਰਨ ਕਰਨ ਦਾ ਵੀ ਹੰਕਾਰ ਹੁੰਦਾ ਹੈ, ਪਾਠ ਕਰਨ ਦਾ ਵੀ ਹੰਕਾਰ ਹੋ ਜਾਂਦਾ ਹੈ ਵੀ ਮੇਰੇ ਵਰਗਾ ਕੋਈ ਪਾਠੀ ਨਹੀਂ। ਕਥਾ ਕਰਨ ਦਾ ਵੀ ਹੰਕਾਰ ਹੋ ਜਾਂਦਾ ਵੀ ਮੇਰੇ ਵਰਗਾ ਕੋਈ ਜਾਣਕਾਰ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ। ਜਿੰਨਾ ਗਿਆਨ ਮੈਨੂੰ ਆਉਂਦਾ, ਇੰਨਾ ਗਿਆਨ ਕਿਹਨੂੰ ਆਉਂਦਾ ਹੈ? ਇਹ ਵੀ ਹੰਕਾਰ ਹੋ ਜਾਂਦਾ। ਰਾਗੀ ਨੂੰ ਵੀ ਹੰਕਾਰ ਹੋ ਜਾਂਦਾ ਹੈ। ਉਹ ਕਹਿੰਦਾ ਜਿੰਨੇ ਰਾਗ ਮੈਂ ਜਾਣਦਾ ਹੈ, ਜਿੰਨਾ ਕੀਰਤਨ ਮੈਂ ਕਰ ਲੈਣਾ, ਮੇਰੇ ਵਰਗਾ ਕੌਣ ਰਾਗੀ ਹੈ? ਹਰੇਕ ਮਾਰਗ ਦੇ ਵਿੱਚ ਹੰਕਾਰ ਹੈ, ਆਉਂਦਾ ਹੈ। ਤੇ ਸਤਿਗੁਰਾਂ ਨੇ ਆਖਿਆ ਇਹ ਧਾਰਮਿਕ ਮੰਡਲ ਦੇ ਵਿੱਚ ਭਾਈ ਸਭ ਤੋਂ ਪਹਿਲਾਂ ਭਲੇ ਪੁਰਸ਼ੋ ਹੰਕਾਰ ਛੱਡੋ ਇਸ ਲਾਈਨ ਦੇ ਵਿੱਚ।
ਇਸ ਰਾਹ ਤੇ ਤੁਰਦਿਆਂ ਹੰਕਾਰ ਛੱਡੋ, ਕਿਉਂਕਿ ਹੰਕਾਰ ਛੇਤੀ ਘੇਰ ਲੈਂਦਾ। ਸਾਧੋ ਮਨ ਕਾ ਮਾਣ ਤਿਆਗੋ। ਪਹਿਲਾ ਬਚਨ ਨਾਵੇਂ ਪਾਤਸ਼ਾਹ ਦਾ ਹੈ ਵੀ ਮਾਣ ਛੱਡੋ, ਤੇ ਅਖੀਰਲਾ ਬਚਨ ਮਹਾਰਾਜ ਨੇ ਆਖਿਆ ਕੁਝ ਗ੍ਰਹਿਣ ਕਰੋ, ਕੁਝ ਫੜੋ। ਉੱਥੇ ਆਖਿਆ ਰਾਮ ਨਾਮ ਉਰ ਮੈਂ ਗਹਿਓ। ਰਮਿਓ ਏ ਰਾਮ ਦੇ ਨਾਮ ਨੂੰ ਹਿਰਦੇ ਵਿੱਚ ਗ੍ਰਹਿਣ ਕੀਤਾ, ਫੜਿਆ ਹੈ, ਧਾਰਨ ਕੀਤਾ ਹੈ। ਜਾ ਕੇ ਸਾਹਮਣੇ ਹੀ ਕੋਏ, ਜਿਸ ਨਾਮ ਦੇ ਬਰਾਬਰ ਕੋਈ ਨਹੀਂ। ਜਿਹੇ ਸਿਮਰਤ ਸੰਕਟ ਮਿਟਾਏ, ਦਰਸ ਤੁਹਾਰੋ ਹੋਏ। ਜਿਸ ਦਾ ਸਿਮਰਨ ਕਰਨ ਨਾਲ ਸਾਰੇ ਸੰਕਟ ਮਿਟ ਜਾਂਦੇ ਆ ਤੇ ਵਾਹਿਗੁਰੂ ਜੀ ਆਪ ਜੀ ਦਾ ਦੀਦਾਰ ਪ੍ਰਾਪਤ ਹੋ ਜਾਂਦਾ ਹੈ, ਦਰਸ਼ਨ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਨਾਵੇਂ ਪਾਤਸ਼ਾਹ ਦੀ ਬਾਣੀ 15 ਰਾਗਾਂ ਵਿੱਚ ਹੈ ਸਾਧ ਸੰਗਤ ਜੀ। ਗੌੜੀ ਰਾਗ ਤੋਂ ਲੈ ਕੇ ਜੈਜਾਵੰਤੀ ਤੱਕ ਵੱਖ-ਵੱਖ ਰਾਗਾਂ ਵਿੱਚ, ਤੇ 59 ਸ਼ਬਦ ਹਨ ਗਿਣਤੀ ਦੇ। ਇੱਕ ਘੱਟ 60, 50 9 59 ਤੇ 57 ਭੋਗ ਦੇ ਸ਼ਲੋਕ ਹਨ ਮਹਾਰਾਜ ਸਾਹਿਬ ਜੀ ਦੇ। ਗਰੀਬ ਨਵਾਜ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸੰਖੇਪ ਜਿਹਾ ਇਤਿਹਾਸਕ ਪੱਖ ਵੀ ਬੇਨਤੀ ਸਾਂਝੀ ਕਰੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਆਪ ਸਾਹਿਬਜ਼ਾਦੇ ਹਨ, ਔਰ 5 ਸਾਹਿਬਜ਼ਾਦਿਆਂ ਵਿੱਚੋਂ ਆਪ ਸਭ ਤੋਂ ਛੋਟੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਸਰੀਰਕ ਉਮਰ ਦੇ ਵਿੱਚ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਤੇ ਸਭ ਤੋਂ ਛੋਟੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, 5ਵੇਂ ਸਾਹਿਬਜ਼ਾਦੇ। ਇੱਕ ਭੈਣ ਜੀ ਆਪ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬੀਬੀ ਵੀਰੋ ਜੀ, ਤੇ ਆਪ ਜੀ ਦੇ ਸਤਿਕਾਰਯੋਗ ਪਿਤਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਮਾਤਾ ਨਾਨਕੀ ਜੀ। ਪਿਛਲੇ ਸਮੇਂ ਇਸੇ ਸਾਲ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਪੰਥ ਨੇ ਮਨਾਇਆ ਸੀ। 1621 ਦੇ ਵਿੱਚ, 1621 ਈਸਵੀ ਦੇ ਵਿੱਚ, ਔਰ 1678 ਬਿਕਰਮੀ ਸੰਮਤ ਦੇ ਵਿੱਚ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਬਚਪਨ ਦਾ ਕੁਝ ਸਮਾਂ ਉੱਥੇ ਹੀ ਬਤੀਤ ਹੋਇਆ, ਕੁਝ ਸਮਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਬਤੀਤ ਹੋਇਆ, ਜਿਹੜਾ ਆਪਣੇ ਇਲਾਕੇ ਵਿੱਚ ਕਰਤਾਰਪੁਰ ਸਾਹਿਬ, ਜਿਸ ਨੂੰ 5ਵੇਂ ਪਾਤਸ਼ਾਹ ਨੇ ਵਸਾਇਆ। ਇੱਥੋਂ ਜਦੋਂ ਚੌਥਾ ਜੰਗ 6ਵੇਂ ਪਾਤਸ਼ਾਹ ਨੇ ਲੜਿਆ ਸੀ, ਫਿਰ ਸਮੇਤ ਪਰਿਵਾਰ ਦੇ ਕੀਰਤਪੁਰ ਸਾਹਿਬ ਮਹਾਰਾਜ ਗਏ ਸਨ। ਕੁਝ ਸਮਾਂ 9ਵੇਂ ਪਾਤਸ਼ਾਹ ਜੀ ਦਾ ਕੀਰਤਪੁਰ ਸਾਹਿਬ ਵਿੱਚ ਬਤੀਤ ਹੋਇਆ। ਉੱਥੋਂ ਜਦੋਂ 7ਵੇਂ ਪਾਤਸ਼ਾਹ ਜੀ ਨੂੰ ਗੁਰਿਆਈ ਦਿੱਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੋਤਰੇ ਗੁਰੂ ਹਰਰਾਏ ਸਾਹਿਬ ਜੀ ਨੂੰ, ਉਸ ਵੇਲੇ ਆਪਣੇ ਧਰਮ ਪਤਨੀ ਮਾਤਾ ਨਾਨਕੀ ਜੀ ਅਤੇ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ, ਜਿਨ੍ਹਾਂ ਨੂੰ ਬਚਨ ਕੀਤਾ ਸੀ ਕਿ ਤੁਸੀਂ ਬਕਾਲੇ ਨਗਰ ਚਲੇ ਜਾਓ, ਉੱਥੇ ਰਹੋ। ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ ਕਿ ਮੇਰਾ ਪੁੱਤਰ ਤੇਗ ਬਹਾਦਰ ਤੇ ਭੋਲਾ ਹੈ, ਤੇ ਤੁਸੀਂ ਇਸ ਨੂੰ ਖਾਲੀ ਛੱਡ ਦਿੱਤਾ ਹੈ। ਭਾਵ ਸੀ ਵੀ ਗੁਰਿਆਈ ਇਸ ਨੂੰ ਦੇਣੀ ਚਾਹੀਦੀ ਸੀ। ਤੇ 6ਵੇਂ ਪਾਤਸ਼ਾਹ ਪ੍ਰਸ਼ਾਦਾ ਛਕ ਰਿਹਾ ਸੀ। ਪ੍ਰਸ਼ਾਦਾ ਛਕ ਕੇ ਜਦੋਂ ਜਲ ਵਰਤਿਆ ਸੀ ਨਾ, ਤੇ ਮਹਾਰਾਜ ਨੇ ਜਿਸ ਰੁਮਾਲ ਦੇ ਨਾਲ ਹੱਥ ਸਾਫ਼ ਕੀਤੇ, ਕਹਿਣ ਲੱਗੇ ਆਪਣੇ ਧਰਮ ਪਤਨੀ ਮਾਤਾ ਨਾਨਕੀ ਜੀ ਨੂੰ, ਲੈ ਝੋਲੀ ਕਰੋ। ਝੋਲੀ ਕੀਤੀ ਤੇ ਉਹ ਰੁਮਾਲ ਝੋਲੀ 'ਚ ਪਾ ਦਿੱਤਾ। ਕਹਿਣ ਲੱਗੇ ਤੁਹਾਨੂੰ ਬਖਸ਼ਿਸ਼ ਦੇ ਦਿੱਤੀ ਹੈ, ਹੁਣ ਤੁਸੀਂ ਬਕਾਲੇ ਨਗਰ ਵਿੱਚ ਚਲੇ ਜਾਓ, ਤੁਹਾਡਾ ਪੁੱਤਰ ਉੱਥੋਂ ਹੀ ਗੁਰਤਾ ਗੱਦੀ ਦਾ ਮਾਲਕ ਬਣ ਕੇ ਪ੍ਰਗਟ ਹੋਵੇਗਾ। ਤੇ ਉਸ ਵੇਲੇ ਨਗਰ ਦਾ ਨਾਮ ਕੱਲਾ ਬਕਾਲਾ ਸੀ ਸਾਧ ਸੰਗਤ ਜੀ, ਇਸ ਕਰਕੇ ਬੇਨਤੀ ਕੀਤੀ ਹੈ। ਬਾਅਦ ਵਿੱਚ ਉਸ ਨਗਰ ਦਾ ਨਾਮ ਸ੍ਰੀ ਬਾਬਾ ਬਕਾਲਾ ਸਾਹਿਬ ਹੋਇਆ। ਉੱਥੇ ਜਾ ਕਰਕੇ, ਉੱਥੇ ਜਾਣ ਦੇ 2 ਕਾਰਨ ਸੀ। ਇੱਕ ਤਾਂ ਮਾਤਾ ਨਾਨਕੀ ਜੀ ਦਾ ਉਹ ਪੇਕਾ ਪਿੰਡ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਹੁਰਾ ਪਿੰਡ ਹੈ, ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਹ ਨਾਨਕਾ ਪਿੰਡ ਹੈ ਬਾਬਾ ਬਕਾਲਾ ਸਾਹਿਬ। ਇੱਕ ਉਸ ਨਗਰ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਨੇ ਸਰੀਰ ਤਿਆਗਿਆ। ਪੂਜਨੀਕ ਮਾਤਾ ਗੰਗਾ ਜੀ ਨੇ, ਮਾਤਾ ਗੰਗਾ ਜੀ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਰੀਰ ਤਿਆਗਿਆ ਸੀ, ਇੱਕ ਭਾਵਨਾ ਵਾਲੇ ਸਿੱਖ ਦੇ ਘਰੇ।
ਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਨਾਲੇ ਮਾਤਾ ਜੀ ਦੇ ਅੰਗੀਠਾ ਸਾਹਿਬ ਦੀ ਉੱਥੇ ਸੇਵਾ ਕਰਿਓ ਉਸ ਥਾਂ ਤੇ ਨਾਲੇ ਉੱਥੇ ਤੁਹਾਡਾ ਪੇਕਾ ਪਿੰਡ ਹੈ, ਤੁਸੀਂ ਆਪਣੇ ਘਰੇ ਚਲੇ ਜਾਓ ਤਾਂ ਉੱਥੋਂ ਹੀ ਤੁਹਾਡਾ ਸਾਹਿਬਜ਼ਾਦਾ, ਸਾਡਾ ਸਾਹਿਬਜ਼ਾਦਾ ਗੁਰਤਾ ਗੱਦੀ ਦਾ ਮਾਲਕ ਹੋ ਕੇ ਪ੍ਰਗਟ ਹੋਵੇਗਾ। ਫਿਰ ਉੱਥੇ ਰਹਿੰਦਿਆਂ ਸਮਾਂ ਬਤੀਤ ਹੋਇਆ। ਸ੍ਰੀ ਬਾਬਾ ਬਕਾਲਾ ਸਾਹਿਬ, ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ, ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਰਹਿੰਦੇ। ਸਵੇਰੇ ਵਿਚਰਿਆ ਕਰਦੇ, ਘੋੜੀ ਦੇ ਉੱਤੇ ਸਵਾਰ ਹੋ ਕੇ ਜਾਇਆ ਕਰਦੇ ਬਾਹਰ ਨੂੰ, ਜਾਂ ਸ਼ਾਮ ਨੂੰ ਜਾਇਆ ਕਰਦੇ ਸੈਰ ਕਰਨ ਵਾਸਤੇ। ਸਾਰਾ ਦਿਨ ਰਾਤ ਉੱਥੇ ਬੰਦਗੀ ਵਿੱਚ ਲੀਨ ਰਹਿਣਾ। ਫਿਰ 7ਵੇਂ ਪਾਤਸ਼ਾਹ ਤੋਂ ਬਾਅਦ 8ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਕੀਤੀ। 8ਵੇਂ ਪਾਤਸ਼ਾਹ ਦਿੱਲੀ ਜਾਂਦੇ ਆ। ਦਿੱਲੀ ਜਾ ਕੇ ਸੱਚਖੰਡ ਜਾਣ ਤੋਂ ਪਹਿਲਾਂ ਸਿੱਖਾਂ ਤੋਂ 5 ਪੈਸੇ ਨਾਲੀਏਰ ਮੰਗਾ ਕੇ ਤੇ 9ਵੇਂ ਪਾਤਸ਼ਾਹ ਦਾ ਧਿਆਨ ਧਰ ਕੇ ਦਿੱਲੀਓਂ ਹੀ ਗੁਰਿਆਈ ਦੇ ਦਿੰਦੇ ਆ। ਤੇ ਸੰਗਤ ਜਦੋਂ ਪੁੱਛਦੀ ਹੈ ਵੀ 9ਵੇਂ ਪਾਤਸ਼ਾਹ ਮਹਾਰਾਜ ਸਾਨੂੰ ਕਿਹੜੇ ਗੁਰੂ ਸਾਹਿਬ ਦੇ ਲੜ ਲਾ ਕੇ ਚੱਲੇ ਹੋ, ਤਾਂ ਉੱਥੋਂ ਹੀ ਬਚਨ ਕਰਦੇ ਆ ਵੀ ਬਾਬਾ ਜੀ ਬਕਾਲੇ ਤੋਂ ਉਹ ਗੁਰਤਾ ਗੱਦੀ ਦੇ ਮਾਲਕ ਬਣ ਕੇ ਆਪੇ ਸੰਗਤਾਂ ਨੂੰ ਸੰਭਾਲ ਲੈਣਗੇ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਮਹਾਰਾਜ ਭਾਣਾ ਵਰਤਾ ਜਾਂਦੇ। ਫਿਰ ਆਪਾਂ ਜਾਣਦੇ ਹੀ ਆ 22 ਮੰਜੀਆਂ ਲੱਗ ਜਾਂਦੀਆਂ ਨਕਲੀ ਗੁਰੂਆਂ ਦੀਆਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਮੱਖਣ ਸ਼ਾਹ ਲਬਾਣੇ ਸਿੱਖ ਦਾ ਜਹਾਜ਼ ਬੰਨੇ ਲਾਉਂਦੇ, ਉਹ ਆ ਕੇ ਪਰਖ ਕਰਦਾ, ਮਹਾਰਾਜ ਨੂੰ ਪ੍ਰਗਟ ਕਰਦਾ। ਲੰਮਾ ਇਤਿਹਾਸ ਹੈ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜਾਂਦੇ, ਅੱਗੋਂ ਦਰਵਾਜ਼ੇ ਵੀ ਬੰਦ ਹੋ ਜਾਂਦੇ। ਸਤਿਗੁਰੂ ਸਾਹਿਬ ਜੀ ਉੱਥੋਂ ਹੀ ਨਮਸਕਾਰ ਕਰਕੇ, ਜਿੱਥੇ ਗੁਰਦੁਆਰਾ ਥੜਾ ਸਾਹਿਬ ਹੈ, ਫਿਰ ਗਰੀਬ ਨਵਾਜ ਸਾਹਿਬ ਜੀ, ਉੱਥੋਂ ਮਹਾਰਾਜ ਸਾਹਿਬ ਜੀ ਅੱਗੇ ਚੱਲ ਪੈਂਦੇ। ਵੱਖ ਥਾਵਾਂ ਤੇ ਠਹਿਰਦਿਆਂ ਹੋਇਆਂ ਗਰੀਬ ਨਵਾਜ ਕੀਰਤਪੁਰ ਸਾਹਿਬ ਜਾਂਦੇ ਤੇ ਉੱਥੋਂ ਫਿਰ ਗਰੀਬ ਨਵਾਜ ਸਾਹਿਬ ਜੀ ਜ਼ਮੀਨ ਮੁੱਲ ਖਰੀਦ ਕਰਕੇ ਨਗਰ ਵਸਾਉਂਦੇ। ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਨਾਮ ਰੱਖਦੇ, ਜਿਸ ਦਾ ਬਾਅਦ ਵਿੱਚ ਨਾਮ ਸ੍ਰੀ ਅਨੰਦਪੁਰ ਸਾਹਿਬ ਹੈ। ਉੱਥੇ ਫਿਰ ਗਰੀਬ ਨਵਾਜ ਸਾਹਿਬ ਕੁਝ ਮਹੀਨੇ ਠਹਿਰ ਕੇ ਸਾਰੀ ਰਿਹਾਇਸ਼ ਕਰਾ ਕੇ, ਕਿਉਂਕਿ ਸਤਿਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ 1664 ਈਸਵੀ ਦੇ ਵਿੱਚ ਮਿਲੀ ਹੈ 9ਵੇਂ ਪਾਤਸ਼ਾਹ ਜੀ, ਤੇ 1 ਸਾਲ ਮਹਾਰਾਜ ਸਾਹਿਬ ਜੀ ਗੁਪਤੀ ਰਹੇ ਹਨ ਉੱਥੇ ਬਾਬਾ ਬਕਾਲਾ ਸਾਹਿਬ ਦੀ ਧਰਤੀ। 1665 ਬਿਕਰਮੀ ਸੰਮਤ ਦੇ ਵਿੱਚ ਮਹਾਰਾਜ ਸਾਹਿਬ ਜੀ ਵਾਹਿਗੁਰੂ 1665 ਈਸਵੀ ਸੰਨ ਦੇ ਵਿੱਚ ਪ੍ਰਗਟ ਹੋਏ। ਬਿਕਰਮੀ ਸੰਮਤ 1721 ਚ ਗੁਰਿਆਈ ਮਿਲਦੀ ਆ ਤੇ 1722 ਚ ਮਹਾਰਾਜ ਪ੍ਰਗਟ ਹੁੰਦੇ, ਜਦੋਂ ਮੱਖਣ ਸ਼ਾਹ ਲੁਬਾਣਾ ਸਿੱਖ ਆਉਂਦਾ। ਤੇ ਫਿਰ ਮਹਾਰਾਜ ਸਾਹਿਬ ਜੀ ਇੱਥੇ ਆ ਕਰਕੇ ਵੇਖੋ ਆਨੰਦਪੁਰ ਸਾਹਿਬ ਵਸਾ ਕੇ ਇੱਥੇ ਕੁਝ ਸਮਾਂ ਰਹਿ ਕੇ ਫਿਰ ਇੱਥੋਂ ਪਰਿਵਾਰ ਸਮੇਤ ਮਹਾਰਾਜ ਪੂਰਬ ਵੱਲ ਨੂੰ ਜਾਂਦੇ, ਜਿਹਦਾ ਜ਼ਿਕਰ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਵੀ ਕੀਤਾ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਗਰੀਬ ਨਵਾਜ ਫਿਰ ਵੱਖ ਥਾਵਾਂ ਤੇ ਠਹਿਰਦੇ ਹੋਏ ਸਮੇਤ ਪਰਿਵਾਰ ਦੇ ਸਿੱਖਾਂ ਸੇਵਕਾਂ ਦੇ ਸਮੇਤ ਆਨੰਦਪੁਰ ਸਾਹਿਬ ਤੋਂ ਪੂਰਬ ਵੱਲ ਨੂੰ ਜਾਂਦੇ ਆ। ਇਲਾਹਾਬਾਦ ਤ੍ਰਿਵੇਣੀ ਤੇ ਵੀ ਕੁਝ ਮਹੀਨੇ ਠਹਿਰਦੇ ਆ, ਉੱਥੋਂ ਅੱਗੇ ਜਾਂਦੇ ਆ, ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ। ਔਰ ਇਹ ਜਿਹੜੇ ਪਵਿੱਤਰ ਸ਼ਬਦ ਵਾ ਰਾਮਕਲੀ ਰਾਗ ਦੇ ਪਟਨਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੇ, ਤਾਂ ਕਰਕੇ ਇਹ ਉਥਾਨਕਾ ਵਿੱਚ ਮਹਾਰਾਜ ਸਾਹਿਬ ਜੀ ਦਾ ਕੁਝ ਇਤਿਹਾਸ ਬੇਨਤੀ ਕੀਤੀ ਹੈ। ਔਰ ਵੇਖੋ ਯਾਦ ਰੱਖਣ ਵਾਲੀਆਂ ਤਰੀਕਾਂ ਵਾ ਮਹਾਰਾਜ ਸਾਹਿਬ ਜੀ ਦੀਆਂ। ਈਸਵੀ ਸਨ ਵੀ 1664 ਨੂੰ ਮਹਾਰਾਜ ਨੂੰ ਗੁਰਿਆਈ ਮਿਲੀ, 65 ਵਿੱਚ ਪ੍ਰਗਟ ਹੋਏ ਔਰ 65 ਵਿੱਚ ਹੀ ਮਹਾਰਾਜ ਨੇ ਆਨੰਦਪੁਰ ਸਾਹਿਬ ਵਸਾਇਆ। ਜੇ ਬਿਕਰਮੀ ਸੰਮਤ ਦੀ ਗੱਲ ਕਰੀਏ ਤੇ 1721 ਚ ਗੁਰਿਆਈ ਮਿਲੀ ਤੇ 22 ਨੂੰ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਤੇ 22 ਨੂੰ ਆ ਕਰਕੇ ਆਨੰਦਪੁਰ ਸਾਹਿਬ ਵਸਾਇਆ। ਫਿਰ ਇੱਧਰੋਂ ਚੱਲ ਪਏ ਤੇ ਅੱਗੇ 1723 ਤੇ ਸੰਨ ਈਸਵੀ 1666 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੁੰਦਾ ਹੈ। ਉਦੋਂ ਆਪਣਾ ਸਾਰਾ ਪਰਿਵਾਰ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਛੱਡ ਕੇ ਆਪ ਮਹਾਰਾਜ ਬੰਗਾਲ ਦੇ ਇਲਾਕੇ ਵਿੱਚ ਵਿਚਰਦੇ ਹਨ, ਢਾਕੇ ਵਿੱਚ, ਅਸਾਮ ਦੇ ਵਿੱਚ। ਉਧਰ ਰਾਜਿਆਂ ਦੀ ਸਹਾਇਤਾ ਕਰਨ ਵਾਸਤੇ ਮਹਾਰਾਜ ਜਾਂਦੇ। ਤਾਂ ਇਹ ਜੋ ਪਵਿੱਤਰ ਬਚਨ ਹਨ 9ਵੇਂ ਪਾਤਸ਼ਾਹ ਜੀ ਨੇ ਜਦੋਂ ਪਟਨਾ ਸਾਹਿਬ ਸਤਿਗੁਰੂ ਜੀ ਸਮੇਤ ਪਰਿਵਾਰ ਦੇ ਪਹੁੰਚੇ, ਉੱਥੋਂ ਦੀ ਜੋ ਸੰਗਤ ਸੀ ਉਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਈ, ਜਗਿਆਸੂ ਹਾਜ਼ਰ ਹੋਏ
ਉਹਨਾਂ ਨੂੰ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦਿਆਂ ਹੋਇਆਂ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਫਰਮਾ ਰਹੇ ਆ, ਉਪਦੇਸ਼ ਸੰਗਤ ਨੂੰ ਦੇ ਰਹੇ ਆ, ਪਰ ਸਤਿਗੁਰੂ ਜੀ ਆਪਣੇ ਮਨ ਪ੍ਰਤੀ ਉਪਦੇਸ਼ ਉਚਾਰਨ ਕਰਕੇ ਬਖਸ਼ਿਸ਼ ਕਰਦੇ ਹਨ। ਰੇ ਮਨ ਓਟ ਲਿਹੋ ਹਰਿ ਨਾਮਾ। ਨਾਵੇਂ ਪਾਤਸ਼ਾਹ ਦੀ ਸਾਰੀ ਬਾਣੀ ਜਦੋਂ ਆਪਾਂ ਪੜ੍ਹਦੇ ਆ ਨਾ, 59 ਸ਼ਬਦ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ 15 ਰਾਗਾਂ ਵਿੱਚ, ਤਾਂ ਸਤਿਗੁਰੂ ਜੀ ਦੇ ਸਾਰੇ ਸ਼ਬਦਾਂ ਦੀਆਂ ਰਹਾਉ ਦੀਆਂ ਤੁਕਾਂ ਆਰੰਭਕ ਹਨ। ਰਹਾਉ ਵਾਲੀਆਂ ਪੰਕਤੀਆਂ ਉਹ ਮੁੱਢ ਵਿੱਚ ਹੀ ਆਉਂਦੀਆਂ, ਸ਼ਬਦ ਦੇ ਆਰੰਭ ਵਿੱਚ ਹੀ ਆਉਂਦੀਆਂ ਹਨ। ਤੇ ਮਹਾਰਾਜ ਨੇ ਜ਼ਿਆਦਾਤਰ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਔਰ ਦੂਜੇ ਨੂੰ ਉਪਦੇਸ਼ ਦੇਣਾ ਸੌਖਾ ਹੁੰਦਾ ਹੈ ਸਾਧ ਸੰਗਤ ਜੀ, ਪਰ ਆਪਣੇ ਆਪ ਨੂੰ ਉਪਦੇਸ਼ ਦੇਣਾ ਔਖਾ ਹੁੰਦਾ ਹੈ। ਆਪਣੇ ਮਨ ਨੂੰ ਸਿੱਖਿਆ ਦੇਣੀ, ਦੂਸਰੇ ਨੂੰ ਤੇ ਹਰ ਕੋਈ ਕਹਿ ਲੈਂਦਾ ਹੈ। ਭਗਤ ਕਬੀਰ ਸਾਹਿਬ ਨੇ ਤਾਂ ਇੱਥੋਂ ਤੀਕ ਬਚਨ ਕਹਿ ਦਿੱਤਾ, ਕਬੀਰ ਅਵਰਹਿ ਕਉ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਹਿੰਦੇ ਬਗਾਨੀ ਖੇਤੀ ਦੀ ਰਾਖੀ ਕਰਦੇ ਰਹੇ ਤੇ ਘਰ ਦੀ ਖੇਤੀ, ਘਰ ਦਾ ਖੇਤ ਸਾਰਾ ਪਸ਼ੂ ਚਰ ਗਏ। ਦੂਜਿਆਂ ਦੀ ਖੇਤੀ ਦੀ ਰਾਖੀ ਕਰਦੇ ਰਹੇ ਵੀ ਬਚਾ ਲਓ, ਵੀ ਆਪਣੀ ਫਸਲ ਖੇਤੀ ਬਚਾ ਲਓ, ਆਪਣੀ ਖੇਤੀ ਵੱਲੇ ਧਿਆਨ ਹੀ ਨਹੀਂ ਦਿੱਤਾ। ਭਾਵ ਆਪਣੇ ਆਪ ਨੂੰ ਉਪਦੇਸ਼ ਹੀ ਨਹੀਂ ਦਿੱਤਾ, ਆਪਣੇ ਮਨ ਨੂੰ ਸਮਝਾਇਆ ਹੀ ਨਹੀਂ। ਉੱਤਮ ਬਖਤਾ ਉਸ ਨੂੰ ਆਖਿਆ ਹੈ ਜਿਹੜਾ ਆਪਣੇ ਆਪ ਨੂੰ ਉਪਦੇਸ਼ ਦਿੰਦਾ ਹੈ, ਬਾਅਦ 'ਚ ਦੂਜੇ ਨੂੰ ਦਿੰਦਾ ਹੈ। ਨਹੀਂ ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਵੀ ਬੋਲ ਆ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਪਰ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੇ ਮਨ ਤੋਂ ਆਰੰਭਤਾ ਕਰਦੇ ਆ, ਉਪਦੇਸ਼ ਸੰਗਤ ਨੂੰ ਦੇ ਰਹੇ ਆ, ਗੈਰ ਗੰਭੀਰ ਸਤਿਗੁਰੂ। ਤੇ ਕਹਿੰਦੇ ਆ, ਰੇ ਮਨ ਓਟ ਲੇਹੋ ਹਰਿ ਨਾਮਾ। ਹੇ ਮੇਰੇ ਮਨਾ, ਵਾਹਿਗੁਰੂ ਦੇ ਨਾਮ ਦੀ ਓਟ ਲੈ, ਪ੍ਰਭੂ ਦੇ ਨਾਮ ਦਾ ਆਸਰਾ ਲੈ, ਵੀ ਮੇਰੇ ਮਨਾ ਵਾਹਿਗੁਰੂ ਜੀ ਦਾ ਨਾਮ ਜਪਿਆ ਕਰ। ਨਾਮ ਦੀ ਓਟ ਵੱਡੀ ਹੈ, ਬਾਕੀ ਸਾਰੀਆਂ ਓਟਾਂ ਛੋਟੀਆਂ ਹਨ। ਗੁਰਬਾਣੀ 'ਚ ਥਾਂ ਥਾਂ ਤੇ ਮਹਾਰਾਜ ਨੇ ਆਖਿਆ, ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸੰਸਾਰ ਵਿੱਚ ਇੱਕ ਦੂਜੇ ਨਾਲ ਪ੍ਰੇਮ ਰੱਖਣਾ, ਮੁਹੱਬਤ ਰੱਖਣੀ ਹੈ, ਪਰ ਸਤਿਗੁਰੂ ਕਹਿੰਦੇ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਨੂੰ ਮਾੜਾ ਨਹੀਂ ਕਹਿਣਾ, ਘਿਰਨਾ ਨਹੀਂ ਕਰਨੀ, ਈਰਖਾ ਨਹੀਂ ਕਰਨੀ। ਪਰ ਓਟ ਬੰਦੇ ਦੀ ਓਟ ਛੋਟੀ ਹੈ, ਇਨਸਾਨ ਦੀ ਓਟ ਛੋਟੀ ਹੈ, ਭਗਵਾਨ ਦੀ ਓਟ ਹੀ ਵੱਡੀ ਹੈ। ਸੁਖਮਨੀ ਸਾਹਿਬ 'ਚ ਆਖਿਆ ਨਾ ਮਹਾਰਾਜ ਨੇ, ਮਾਨੁਖ ਕੀ ਟੇਕ ਬਿਰਥੀ ਸਭ ਜਾਣ। ਇਹਦਾ ਮਤਲਬ ਇਹ ਨਹੀਂ ਵੀ ਮਨੁੱਖ ਨਾਲ ਈਰਖਾ ਕਰਨੀ ਹੈ ਜਾਂ ਮਨੁੱਖ ਨੂੰ ਮਾੜਾ ਕਹਿਣਾ ਹੈ। ਮਨੁੱਖ ਦੇ ਨਾਲ ਵੀ ਸਾਂਝ ਭਿਆਲੀ ਰੱਖਣੀ ਹੈ, ਪਰਿਵਾਰ 'ਚ ਸੰਸਾਰ 'ਚ ਵਿਚਰਦੇ ਆ, ਪਰ ਓਨਾ ਕੁ ਮਨੁੱਖ ਨੂੰ ਮਨੁੱਖ ਤੀਕ ਹੀ ਸੀਮਤ ਰੱਖਣਾ, ਇਨਸਾਨ ਨੂੰ ਇਨਸਾਨ ਤੀਕ ਹੀ ਸੀਮਤ ਰੱਖਣਾ। ਇਨਸਾਨ ਭਗਵਾਨ ਨਹੀਂ ਹੈ, ਭਗਵਾਨ ਹੀ ਭਗਵਾਨ ਹੈ। ਇਸ ਕਰਕੇ ਆਖਿਆ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਦੇਣ ਵਾਲਾ ਤੇ ਇੱਕ ਭਗਵਾਨ ਹੈ, ਕੋਈ ਇਨਸਾਨ ਥੋੜਾ ਕਿਸੇ ਨੂੰ ਦਿੰਦਾ ਹੈ ਕੁਝ। ਦੁਨੀ ਚੰਦ ਰਾਜੇ ਨੂੰ ਭਰਮ ਪੈ ਗਿਆ ਸੀ, ਪੱਟੀ ਦੇ ਰਾਜੇ ਨੂੰ। ਆਪਣੀਆਂ ਧੀਆਂ ਨੂੰ ਕਹਿੰਦਾ, ਇਹ ਧੀਓ ਕਿਹਦਾ ਦਿੱਤਾ ਖਾਂਦੀਆਂ ਜੇ? ਜਿਹੜੀਆਂ ਵਿਆਹੀਆਂ ਸੀ ਉਹ ਕਹਿੰਦੀਆਂ, ਪਿਤਾ ਜੀ ਤੁਹਾਡਾ ਦਿੱਤਾ ਖਾਂਦੀਆਂ। ਜਿਹੜੀ ਬੀਬੀ ਰਜਨੀ ਰੋਜ਼ ਧਰਮਸ਼ਾਲਾ ਜਾ ਕੇ ਜਪਜੀ ਸਾਹਿਬ ਪੜ੍ਹਦੀ ਸੀ, ਆਸਾ ਕੀ ਵਾਰ ਪੜ੍ਹਦੀ ਸੀ, ਉਹਨੇ ਆਖਿਆ, ਪਿਤਾ ਜੀ ਜਿਹਦਾ ਦਿੱਤਾ ਸਾਰਾ ਸੰਸਾਰ ਖਾਂਦਾ, ਜਿਹਦਾ ਦਿੱਤਾ ਤੁਸੀਂ ਵੀ ਖਾਂਦੇ ਹੋ, ਉਸੇ ਦਾ ਦਿੱਤਾ ਮੈਂ ਖਾਂਦੀ ਹਾਂ। ਇਨਸਾਨ ਕੌਣ ਕਿਸੇ ਨੂੰ ਖਵਾਉਣ ਵਾਲਾ ਹੈ? ਭਗਵਾਨ ਹੀ ਸਭ ਨੂੰ ਖਵਾਉਂਦਾ ਹੈ, ਉਹ ਵਾਹਿਗੁਰੂ ਹੀ ਦਾਤਾ ਹੈ। ਉਹਨੇ ਕਿਹਾ, ਕੋੜੀ ਤੇ ਪਿੰਗਲਾ ਲੱਭ ਕੇ ਲਿਆਓ, ਇਹਦਾ ਵਿਆਹ ਕੋੜੀ ਨਾ ਕਰਨਾ ਹੈ। ਆਖਿਆ, ਇਹ ਤੇਰਾ ਪਤੀ ਹੈ। ਕੋੜੀ ਤੇ ਪਿੰਗਲੇ ਨੂੰ ਰਹਿ ਕੇ ਵੱਖ-ਵੱਖ ਥਾਵਾਂ ਤੇ ਮੇਰੇ ਪੱਟੀ ਸ਼ਹਿਰ 'ਚੋਂ ਵੀ ਬਾਹਰ ਨਿਕਲ ਜਾ, ਬਾਹਰ ਚਲੇ ਗਈ। ਤੇ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੋਈ, ਦੁੱਖ ਭੰਜਣੀ ਬੇਰੀ, ਉਦੋਂ ਹੀ ਇਹ ਪ੍ਰਗਟ ਹੋਇਆ ਫਿਰ ਅਸਥਾਨ। ਮਹਾਰਾਜ ਨੇ ਇੱਥੇ ਸਰੋਵਰ ਸਾਹਿਬ ਦੀ ਆਰੰਭਤਾ ਪਹਿਲੋਂ ਕੀਤੀ ਸੀ, ਬਾਅਦ ਵਿੱਚ ਫਿਰ ਉਹ ਸੇਵਾ ਵਿੱਚ ਹੀ ਰੁਕੀ ਸੀ। ਉਹ ਜਦੋਂ ਥੱਲੇ ਥੋੜ੍ਹਾ ਜਿਹਾ ਜਲ ਇਕੱਠਾ ਹੋਇਆ ਸੀ, ਉੱਥੇ ਆ ਕਰਕੇ ਜਦੋਂ ਰੱਖ ਕੇ ਪਿੰਡ 'ਚੋਂ ਪ੍ਰਸ਼ਾਦਾ ਮੰਗਣ ਵਾਸਤੇ ਗਏ ਤੇ ਉੱਥੇ ਕੌਤਕ ਵੇਖਿਆ ਤੇ ਰਿੜ ਕੇ ਉਹ ਪਿੰਗਲਾ ਤੇ ਕੋਹੜੀ ਵਿੱਚ ਜਦੋਂ ਇਸ਼ਨਾਨ ਕੀਤਾ, ਪਿੰਗਲਾਪਣ ਵੀ ਦੂਰ ਹੋ ਗਿਆ ਤੇ ਕੋਹੜ ਵੀ ਦੂਰ ਹੋ ਗਿਆ। ਉਸੇ ਦਿਨ ਤੋਂ ਉਸ ਸਥਾਨ ਦਾ ਨਾਮ ਪੈ ਗਿਆ ਦੁੱਖ ਭੰਜਣੀ ਬੇਰੀ।
ਸ੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਸਰੋਵਰ। ਹੁਣ ਪਿਤਾ ਨੇ ਤਾਂ ਕੋੜੀ ਪਿੰਗਲੇ ਨਾਲ ਵਿਆਹ ਦਿੱਤੀ ਸੀ ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਬੀਬੀ ਰਜਨੀ ਦੇ ਸਿਦਕ ਨੂੰ ਭਾਗ ਲਾਇਆ, ਉਹ ਕੋੜੀ ਤੇ ਪਿੰਗਲੇ ਨੂੰ ਰਾਜੀ ਬਾਜੀ ਕਰ ਦਿੱਤਾ ਤੇ ਉਸ ਸਥਾਨ ਦੀ ਮਹੱਤਤਾ ਵੀ ਪ੍ਰਗਟ ਕਰ ਦਿੱਤੀ ਸੰਸਾਰ ਦੇ ਵਿੱਚ। ਸਤਿਗੁਰੂ ਆਪਣੀ ਮੌਜ ਦੇ ਮਾਲਕ ਕਦੇ ਕਦੇ ਕਲਾ ਐਸੀ ਵਰਤਾ ਦਿੰਦੇ ਆ। ਉਹਨੇ ਓਟ ਰੱਖੀ ਸੀ ਪਰਮੇਸ਼ਰ ਦੇ ਉੱਤੇ, ਤੇ ਜਿਵੇਂ ਮਹਾਰਾਜ ਨੇ ਆਖਿਆ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕੈ ਦੀਐ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ, ਸਿਮਰ 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 ਪ੍ਰਭ ਸੋਏ, ਨਾਨਕ ਵਿਗਨ ਨਾ ਲਾਗੇ ਕੋਏ। ਉਸ ਵਾਹਿਗੁਰੂ ਦਾ ਸਿਮਰਨ ਕਰ, ਕੋਈ ਵਿਗਨ ਨਹੀਂ ਲੱਗੇਗਾ। ਰੇ ਮਨ ਓਟ ਲੈ ਹੋ ਹਰ ਨਾਮਾ, ਏ ਮੇਰੇ ਮਨਾ ਹਰੀ ਦੇ ਨਾਮ ਦੀ ਓਟ ਲੈਣਾ ਕਰ। ਜਾ ਕੈ ਸਿਮਰਨ ਦੁਰਮਤ ਨਾਸੈ, ਜਿਸ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਦੁਰੇ ਦੁਰੇ ਕਰਾਉਣ ਵਾਲੀ ਜਿਹੜੀ ਦੁਰਮਤ ਹੈ ਨਾ, ਖੋਟੀ ਮੱਤ, ਭੈੜੀ ਮੱਤ ਹੈ, ਉਹ ਨਾਸ ਹੋ ਜਾਵੇਗੀ। ਪਾਵੈ ਪਦ ਨਿਰਵਾਣਾ, ਤੇ ਨਿਰਵਾਣ ਪਦਵੀ ਤੈਨੂੰ ਪ੍ਰਾਪਤ ਹੋ ਜਾਵੇਗੀ। ਆਤਮਕ ਉੱਚੀ ਅਵਸਥਾ, ਵਾਸ਼ਨਾ ਤੋਂ ਰਹਿਤ ਅਵਸਥਾ, ਜਿੱਥੇ ਵਾਸ਼ਨਾ ਦੇ ਬੰਧਨ ਕੋਈ ਨਹੀਂ, ਉਹ ਬੰਧਨਾਂ ਤੋਂ ਰਹਿਤ ਜਿਹੜੀ ਅਵਸਥਾ ਹੈ ਉਹ ਪ੍ਰਾਪਤ ਕਰ ਲਵੇਂਗਾ ਮੇਰੇ ਮਨਾ। ਵਾਹਿਗੁਰੂ ਜੀ ਦਾ ਸਿਮਰਨ ਕਰਕੇ ਵਿਸਰਾਮ ਦੇ ਕੇ ਫਰਮਾਉਂਦੇ ਹਨ, ਬੜ ਭਾਗੀ ਤੇ ਜਨ ਕੋ ਜਾਣਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਵੱਡਿਆਂ ਭਾਗਾਂ ਵਾਲਾ ਤੇ ਇਸ ਮਨੁੱਖ ਨੂੰ ਜਾਣੋ ਭਾਈ, ਉਸ ਜਨ ਨੂੰ ਜਾਣਨਾ ਕਰੋ ਵੀ ਉਹ ਵੱਡਿਆਂ ਭਾਗਾਂ ਵਾਲਾ ਹੈ। ਜੋ ਹਰਿ ਕੀ ਗੁਣ ਗਾਵੇ, ਜਿਹੜਾ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ, ਜੋ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਨਾਮ ਜਪਦਾ ਹੈ, ਜਸ ਗਾਉਂਦਾ ਹੈ, ਉਸ ਨੂੰ ਵੱਡਿਆਂ ਭਾਗਾਂ ਵਾਲਾ ਜਾਣਨਾ ਕਰੋ, ਵੱਡਿਆਂ ਭਾਗਾਂ ਵਾਲਾ ਹੈ। ਜਨਮ ਜਨਮ ਕੀ ਪਾਪ ਕੋਈ ਕੈ, ਜਿਹੜਾ ਪ੍ਰਭੂ ਦੇ ਗੁਣ ਗਾਉਂਦਾ ਹੈ ਉਹ ਫਿਰ ਆਪਣੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਜਨਮਾਂ ਜਨਮਾਤਰਾ ਦੇ ਪਾਪ ਖਤਮ ਕਰ ਦਿੰਦਾ ਭਾਈ। ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਲਾਹ ਦਿੰਦਾ ਹੈ ਵਾਹਿਗੁਰੂ ਜੀ ਦਾ ਨਾਮ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਕਈਆਂ ਜਨਮਾਂ ਦੀ ਮੈਲ ਲਾ ਦਿੰਦਾ ਹੈ, ਜਨਮਾਂ ਜਨਮਾਂ ਦੇ ਪਾਪਾਂ ਨੂੰ ਨਾਸ ਕਰ ਦਿੰਦਾ ਹੈ ਵਾਹਿਗੁਰੂ ਜੀ ਦਾ ਨਾਮ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾ ਵਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਤੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਖੋ ਕੇ, ਪਾਪਾਂ ਨੂੰ ਨਾਸ ਕਰਕੇ ਫਿਰ ਮਹਾਰਾਜ ਕਹਿੰਦੇ ਉਹ ਜੀਵ ਬੈਕੁੰਠ ਧਾਮ ਨੂੰ ਚਲੇ ਜਾਂਦਾ ਹੈ, ਸੱਚਖੰਡ ਦਾ ਵਾਸੀ ਹੋ ਜਾਂਦਾ ਹੈ। ਅਜਾਮਲ ਕੋ, ਜਿਹੜਾ ਅਜਾਮਲ ਹੈ ਮਹਾਰਾਜ ਕਹਿੰਦੇ ਅੰਤ ਕਾਲ ਮੈਂ, ਜਦੋਂ ਅੰਤਲਾ ਸਮਾਂ ਸੀ ਨਾ, ਉਸ ਦਾ ਅਖੀਰਲੇ ਸਵਾਸ ਸੀ, ਉਸ ਮੌਕੇ ਤੇ ਨਾਰਾਇਣ ਸੁਧ ਆਈ, ਉਸ ਵੇਲੇ ਉਹਨੂੰ ਨਾਰਾਇਣ ਦੀ ਸੁਧ ਆਈ, ਪਰਮੇਸ਼ਰ ਦੀ ਸੋਝੀ ਉਸ ਵੇਲੇ ਆਈ। ਵਾਹਿਗੁਰੂ ਦਾ ਹੁਕਮ ਹੈ ਸਾਧ ਸੰਗਤ ਜੀ, ਪਰਮੇਸ਼ਰ ਦਾ ਭਾਣਾ ਹੈ ਵੀ ਉਹਨੇ ਕਦੋਂ ਸੋਝੀ ਦੇਣੀ ਹੈ। ਕਿਸੇ ਨੂੰ ਤੇ ਜਨਮ ਦੇ ਸਾਰ ਹੀ ਸੋਝੀ ਆ ਜਾਂਦੀ ਪਰਮੇਸ਼ਰ ਦੀ, ਕਿਸੇ ਨੂੰ ਬਚਪਨ ਵਿੱਚ ਆ ਜਾਂਦੀ, ਕਿਸੇ ਨੂੰ ਜਵਾਨੀ ਵਿੱਚ ਆ ਜਾਂਦੀ, ਕਿਸੇ ਨੂੰ ਬਿਰਧ ਅਵਸਥਾ ਵਿੱਚ ਆ ਜਾਂਦੀ। ਤੇ ਮਹਾਰਾਜ ਨੇ ਅਜਾਮਲ ਦਾ ਜ਼ਿਕਰ ਕੀਤਾ ਇੱਥੇ, ਕਹਿੰਦੇ ਅਜਾਮਲ ਨੂੰ ਅੰਤਕਾਲ ਵਿੱਚ ਸੋਝੀ ਆਈ ਸੀ ਪਰਮੇਸ਼ਰ ਦੀ। ਅਜਾਮਲ ਕੋ ਅੰਤਕਾਲ ਮਹਿ ਨਾਰਾਇਣ ਸੁਧ ਆਈ। ਇਹ ਵਿਦਵਾਨ ਸੀ ਬੜਾ ਵੱਡਾ, ਤੇ ਵਿਦਵਾਨ ਦਾ ਹੀ ਪੁੱਤਰ ਸੀ। ਇਹਦਾ ਪਿਤਾ ਰਾਜੇ ਦੀ ਸਭਾ ਦੇ ਵਿੱਚ ਕਥਾ ਕਰਿਆ ਕਰਦਾ ਸੀ। ਇਸ ਨੂੰ ਜਿਨ੍ਹਾਂ ਮਹਾਂਪੁਰਖਾਂ ਕੋਲੇ ਵਿਦਿਆ ਪੜ੍ਹਨ ਵਾਸਤੇ ਪਾਇਆ, ਉਹਨਾਂ ਨੇ ਕਹਿਣਾ ਕਿ ਅਜਾਮਲ ਪੁੱਤਰ, ਬਾਰ-ਬਾਰ ਦੀ ਜਾਣਾ ਤੂੰ ਬਾਜ਼ਾਰ ਤੋਂ ਆਪਣੇ ਘਰੇ, ਤੇ ਬਾਰ-ਬਾਰ ਹੀ ਆਉਣਾ ਮੇਰੇ ਕੋਲੇ ਪੜ੍ਹਨ ਵਾਸਤੇ। ਇਹ ਪੜ੍ਹਦਿਆਂ ਪੜ੍ਹਦਿਆਂ ਬਚਪਨ ਤੋਂ ਜਵਾਨ ਹੋਇਆ, ਕਈ ਗ੍ਰੰਥ ਇਹਨੇ ਪੜ੍ਹ ਲਏ, ਧਰਮ ਗ੍ਰੰਥ, ਵਿਦਿਆ ਪੜ੍ਹ ਲਈ, ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਪੜ੍ਹ ਲਏ।
ਹੁਣ ਜਦੋਂ ਜਵਾਨ ਹੋਇਆ ਤੇ ਉਹ ਗੱਲ ਜਦੋਂ ਉਸਤਾਦ ਨੇ, ਗੁਰੂ ਨੇ, ਮੁਰਸ਼ਿਦ ਨੇ ਰੋਜ਼ ਕਹਿਣੀ ਵੀ ਅਜਾਮਲ ਤੂੰ ਬਾਜ਼ਾਰ ਥਾਣੀ ਨਹੀਂ ਆਉਣਾ, ਇਹਦੇ ਮਨ 'ਚ ਖਿਆਲ ਆਇਆ ਵੀ ਉਸਤਾਦ ਗੁਰੂ ਜੀ ਵਿਦਿਆ ਦਾਤਾ ਇਹ ਗੱਲ ਕਹਿੰਦੇ ਆ ਵੀ ਤੂੰ ਨਹੀਂ ਆਉਣਾ ਬਾਜ਼ਾਰ ਥਾਣੀ, ਕੀ ਕਾਰਨ? ਵੇਖੀਏ ਤਾਂ ਸਹੀ ਬਾਜ਼ਾਰ ਥਾਣੀ ਜਾ ਕੇ। ਇਹ ਇੱਕ ਵੇਲੇ ਚਲੇ ਗਿਆ ਤੇ ਉੱਥੇ ਵੇਸਵਾ ਦਾ ਅਖਾੜਾ ਲੱਗਾ ਹੋਇਆ, ਉਹ ਨੱਚ ਟੱਪ ਰਹੀ ਹੈ, ਗਾ ਰਹੀ ਹੈ। ਤਾਂ ਇਹ ਵੇਖਣ ਲੱਗ ਪਿਆ, ਵੇਖਣ ਦਿਆ ਮਨ ਉਧਰਲੇ ਪਾਸੇ ਸੰਗਤ ਹੋਈ ਤੇ ਮਨ ਉਧਰ ਖਿੱਚਿਆ ਗਿਆ। ਫਿਰ ਰੋਜ਼ ਬਾਜ਼ਾਰ ਥਾਣੀ ਜਾਣ ਲੱਗ ਪਿਆ। ਫਿਰ ਤੇ ਐਸਾ ਮਨ ਤੇ ਅਸਰ ਹੋਇਆ ਮਾੜੀ ਸੰਗਤ ਦਾ, ਭਾਵੇਂ ਵਿਦਵਾਨ ਸੀ, ਫਿਰ ਵੇਸਵਾ ਦੇ ਨਾਲ ਹੀ ਸਾਂਝ ਪੈ ਗਈ, ਉਹਦੇ ਨਾਲ ਸਾਂਝ ਹੀ ਪੈ ਗਈ। ਪਿਤਾ ਇਹਦਾ ਚੜ੍ਹਾਈ ਕਰ ਗਿਆ ਤੇ ਪਿਤਾ ਦੇ ਚੜ੍ਹਾਈ ਕਰਨ ਤੋਂ ਰਾਜੇ ਨੇ ਆਪਣੀ ਸਭਾ 'ਚ ਇਹਦੇ ਪਿਤਾ ਦੀ ਥਾਂ ਤੇ ਕਥਾ ਕਰਨ ਵਾਸਤੇ ਰੱਖ ਲਿਆ। ਹੁਣ ਜਦੋਂ ਉੱਥੇ ਕਥਾ ਕਰਦਾ ਹੈ ਤੇ ਲੋਕ ਰਾਜੇ ਨੂੰ ਕਹਿੰਦੇ ਆ ਵੀ ਤੇਰਾ ਕਥਾਵਾਚਕ, ਤੇਰੀ ਸਭਾ ਦਾ ਜਿਹੜਾ ਕਥਾਕਾਰ ਹੈ ਉਹ ਤਾਂ ਵੇਸਵਾ ਦਾ ਸਾਥੀ ਹੈ, ਵੇਸਵਾ ਦੇ ਦੁਆਰੇ ਤੇ ਜਾਂਦਾ ਹੈ। ਜਾਂ ਇਹਨੂੰ ਵੇਸਵਾ ਦੇ ਦੁਆਰੇ ਤੇ ਜਾਣੋਂ ਰੋਕ ਤੇ ਜਾਂ ਕਥਾ ਕਰਨੋਂ ਰੋਕ। ਰਾਜੇ ਨੇ ਆਖਿਆ ਵੀ ਇੱਕ ਕੰਮ ਕਰ। ਇਹਨੇ ਉਸ ਵੇਲੇ ਰਾਜੇ ਦੇ ਸਾਹਮਣੇ ਤੇ ਕਹਿ ਦਿੱਤਾ ਠੀਕ ਆ, ਪਰ ਇਹਨੇ ਸਾਥ ਛੱਡਿਆ ਨਾ। ਫਿਰ ਰਾਜੇ ਨੇ ਕਥਾ ਕਰਨ ਤੋਂ ਹਟਾ ਦਿੱਤਾ ਆਪਣੀ ਸਭਾ ਵਿੱਚੋਂ ਤੇ ਫਿਰ ਇਹਨੇ ਉਸ ਵੇਸਵਾ ਨਾਲ ਵਿਆਹ ਹੀ ਕਰਾ ਲਿਆ। ਫਿਰ ਜੰਗਲ 'ਚ ਰਹਿਣ ਲੱਗ ਪਿਆ। 6 ਪੁੱਤ ਜੰਮੇ ਇਹਦੇ ਘਰੇ, 6 ਪੁੱਤ ਵੇਸਵਾ ਦੀ ਕੁੱਖੋਂ। 7ਵਾਂ ਪੈਦਾ ਹੋਣ ਵਾਲਾ ਸੀ। ਸਾਧੂਆਂ ਦੀ ਸੰਗਤ ਹੋਈ, ਹਲੇ ਪੇਟ ਵਿੱਚ ਹੀ ਸੀ, ਜਨਮ ਨਹੀਂ ਸੀ ਉਸ ਪੁੱਤਰ ਦਾ ਹੋਇਆ। ਫਿਰ ਸਾਧੂਆਂ ਨੇ ਆਖਿਆ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਵੀ ਲਿਖਿਆ, ਇਤਿਹਾਸ ਵਿੱਚ ਵੀ ਲਿਖਿਆ, ਉਹਨਾਂ ਆਖਿਆ ਵੀ ਜਿਹੜਾ ਪੁੱਤਰ ਤੇਰੇ ਘਰੇ ਹੋਣ ਵਾਲਾ ਇਹਦਾ ਨਾਮ ਨਾਰਾਇਣ ਰੱਖੀ। ਜੁਗਤੀ ਦੇ ਨਾਲ ਉਹਨਾਂ ਨੇ ਇਸ ਤਰੀਕੇ ਨਾਲ ਨਾਮ ਨਾਰਾਇਣ ਰਖਾ ਦਿੱਤਾ। ਜਦੋਂ ਨਾਰਾਇਣ ਉਹ ਪੁੱਤਰ ਪੈਦਾ ਹੋਇਆ, ਛੋਟੇ ਪੁੱਤਰ ਸਤਵੇ ਨਾਲ ਬਹੁਤਾ ਪਿਆਰ ਇਹਦਾ। ਜਦੋਂ ਅੰਤਲਾ ਸਮਾਂ ਆਇਆ, ਜਮਦੂਤ ਲੈਣ ਵਾਸਤੇ ਆਉਂਦੇ ਆ ਤੇ ਛੋਟੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਨਾਰਾਇਣ ਨਾਰਾਇਣ, ਤੇ ਉਹ ਨਾਰਾਇਣ ਦੇ ਬਹਾਨੇ ਨਾਲ ਸੁਰਤੀ ਫਿਰ ਅਸਲ ਨਾਰਾਇਣ ਨਾਲ ਜੁੜ ਗਈ, ਉਸ ਵਾਹਿਗੁਰੂ ਦੇ ਨਾਲ ਜੁੜ ਗਈ। ਤੇ ਜਮਦੂਤ ਜਿਹੜੇ ਉਹ ਛੱਡ ਕੇ ਭੱਜ ਗਏ ਤੇ ਉਸ ਵੇਲੇ ਹੀ ਇਹਦੀ ਕਲਿਆਣ ਹੋ ਗਈ, ਅੰਤਲੇ ਸਮੇਂ ਹੀ ਕਲਿਆਣ ਹੋ ਗਈ, ਉਦੋਂ ਹੀ ਸੋਝੀ ਆਈ। ਗੁਰੂ ਰਾਮਦਾਸ ਸਾਹਿਬ ਜੀ ਦਾ ਵੀ ਬਚਨ ਹੈ ਧੁਰ ਕੀ ਬਾਣੀ 'ਚ ਕਿ ਪੁੱਤਰ ਦੇ ਬਹਾਨੇ ਨਾਲ ਇਹਨੇ ਜਪਿਆ। ਸਾਧੂਆਂ ਨੇ ਨਾਮ ਰਖਾਇਆ ਸੀ ਪੁੱਤਰ ਦਾ ਨਾਰਾਇਣ, ਉਹਦੇ ਬਹਾਨੇ ਨਾਲ ਅਜਾਮਲ ਪਾਪੀ ਨੇ ਨਾਮ ਜਪਿਆ। ਮਹਾਰਾਜ ਨੇ ਆਪ ਵਰਤਿਆ ਅਜਾਮਲ ਪਾਪੀ ਅੱਖਰ, ਨਾਵੇਂ ਪਾਤਸ਼ਾਹ ਨੇ ਵੀ ਵਰਤਿਆ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ। ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਇੱਥੇ ਮਹਾਰਾਜ ਕਹਿੰਦੇ ਅਜਾਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਧ ਆਈ। ਉਸ ਨਾਰਾਇਣ ਪਰਮੇਸ਼ਰ ਦੀ ਜਿਹਦੇ ਵਿੱਚ ਅਵਿਦਿਆ ਰੂਪੀ ਰਾਤ ਨਹੀਂ ਹੈ, ਉਸ ਦੀ ਸਮਝ ਅੰਤ ਕਾਲ ਵਿੱਚ ਅਜਾਮਲ ਨੂੰ ਆਈ ਸੀ। ਜਿਸ ਅਵਸਥਾ ਨੂੰ ਵੱਡੇ ਵੱਡੇ ਈਸ਼ਵਰ, ਵੱਡੇ ਵੱਡੇ ਜੋਗੀ, ਜੋਗੀ ਈਸ਼ਵਰ ਭਾਵ ਵੱਡੇ ਜੋਗੀ ਜਿਹੜੇ ਉਹ ਚਾਹੁੰਦੇ ਸਨ, ਜਿਸ ਅਵਸਥਾ ਨੂੰ, ਜਿਸ ਗਤ ਨੂੰ ਸੋ ਗਤ ਛਿਨ ਮੈਂ ਪਾਈ। ਅੰਤ ਕਾਲ ਵਿੱਚ ਅਜਾਮਲ ਨੇ ਉਹ ਅਵਸਥਾ, ਉਹ ਮੁਕਤੀ ਇੱਕ ਛਿਨ ਵਿੱਚ ਹੀ ਪਾ ਲਈ ਨਾਰਾਇਣ ਦਾ ਨਾਮ ਜਪ ਕੇ। ਨਾਹਿ ਗੁਣ ਨਾਹਿ ਕਛ ਵਿਦਿਆ। ਮਹਾਰਾਜ ਕਹਿੰਦੇ ਵੇਖੋ ਭਾਈ, ਜਿਹੜਾ ਹਰੀਹਰ ਖੇਤਰ ਤੇ ਤੰਦੂਏ ਨੇ ਹਾਥੀ ਨੂੰ ਗਰਸਿਆ ਸੀ, ਪਿਛਲੇ ਜਨਮ ਦਾ ਗੰਧਰਵ ਸੀ, ਉਹ ਸੋਝੀ ਸੀ ਉਸ ਨੂੰ ਪਿਛਲੇ ਜਨਮ ਦੀ ਵੀ, ਪਰ ਕਿਸੇ ਪਾਪ ਕਾਰਨ ਉਹ ਹਾਥੀ ਬਣਿਆ। ਤਾਂ ਹਰੀਹਰ ਖੇਤਰ ਸ੍ਰੀ ਪਟਨਾ ਸਾਹਿਬ ਦੇ ਇਲਾਕੇ ਦੇ ਵਿੱਚ ਉਹ ਸਥਾਨ ਹੈ। ਤਾਂ ਮਹਾਰਾਜ ਕਹਿੰਦੇ ਵੀ ਉਸ ਹਾਥੀ ਦੇ ਵਿੱਚ, ਗੱਜ ਦੇ ਵਿੱਚ ਨਾ ਤੇ ਕੋਈ ਗੁਣ ਸੀ ਤੇ ਨਾ ਕੋਈ ਉਹਨੇ ਕੋਈ ਵਿਦਿਆ ਹੀ ਪੜ੍ਹੀ ਹੋਈ ਸੀ। ਗੱਜ ਨਾਮ ਹਾਥੀ ਦਾ ਹੈ। ਉਸ ਹਾਥੀ ਨੇ ਦੱਸੋ ਕਿਹੜਾ ਧਰਮ ਕੀਤਾ ਸੀ? ਕੋਈ ਧਰਮ ਵੀ ਨਹੀਂ ਕੀਤਾ। ਨਾਨਕ ਬਿਰਧ ਰਾਮ ਕਾ ਟੇਕਾ। ਪਰ ਜਿਸ ਵੇਲੇ ਤੰਦੂਏ ਨੇ ਆਪਣੀਆਂ ਤਾਰਾਂ ਪਾ ਕੇ ਪਾਣੀ 'ਚ ਉਹਨੂੰ ਗਰਸਿਆ ਤੇ ਉਸ ਵੇਲੇ ਪਰਮੇਸ਼ਰ ਅੱਗੇ ਅਰਦਾਸ ਕੀਤੀ। ਉਹ ਹਾਥੀ ਨੇ ਕਮਲ ਫੁੱਲ ਤਰਦਾ ਫਿਰਦਾ ਸੀ, ਉਹੀ ਲੈ ਕੇ ਸੁੰਡ ਵਿੱਚ ਭੇਟ ਕੀਤਾ। ਤਾਂ ਮਹਾਰਾਜ ਕਹਿੰਦੇ ਵੇਖੋ ਭਾਈ, ਸਰਬ ਵਿਆਪਕ ਦਾ ਬਿਰਧ, ਉਹਦਾ ਧਰਮ। ਨਾਨਕ ਬਿਰਧ ਰਾਮ ਕਾ ਦੇਖੋ, ਸਰਬ ਵਿਆਪਕ ਦਾ ਬਿਰਧ ਵੇਖੋ। ਉਸ ਗਾਜ ਨੂੰ, ਉਸ ਹਾਥੀ ਨੂੰ ਡਰ ਤੋਂ ਰਹਿਤ ਅਭੈਤਾ ਪਦਵੀ ਦਾ ਦਾਨ ਦੇ ਦਿੱਤਾ। ਉਸੇ ਵੇਲੇ ਆਪਣੇ ਸੁਦਰਸ਼ਨ ਚੱਕਰ ਨੂੰ ਆਗਿਆ ਕੀਤੀ, ਤੰਦੂਆਂ ਦੀਆਂ ਤਾਰਾਂ ਕੱਟ ਦਿੱਤੀਆਂ ਤੇ ਉਸ ਗਾਜ ਨੂੰ, ਉਸ ਹਾਥੀ ਨੂੰ ਉਹਦੀ ਗਿਰਫ ਦੇ ਵਿੱਚੋਂ ਛੁਡਾ ਦਿੱਤਾ।
ਮੁਕਤ ਕਰ ਦਿੱਤਾ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਬਾਰੀ ਅਲੇ। ਮਹਾਰਾਜ ਸਾਹਿਬ ਜੀ ਨੇ ਐਸਾ ਬਚਨ ਕੀਤਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਹਾਥੀ ਦੀ ਨਿਆਈ ਇਹ ਹਿੰਦੁਸਤਾਨ ਹੈ, ਤੰਦੂਏ ਦੀ ਨਿਆਈ ਔਰੰਗਜ਼ੇਬ ਬਾਦਸ਼ਾਹ ਹੈ। ਸ਼ਰ੍ਹਾ ਰੂਪੀ ਤਾਰਾ ਪਾ ਕੇ ਹਿੰਦੁਸਤਾਨ ਰੂਪੀ ਇਹ ਹਾਥੀ ਨੂੰ ਗਰਸ ਲਿਆ ਸੀ। ਮੈਂ ਸਾਰਿਆਂ ਨੂੰ ਮੁਸਲਮਾਨ ਹੀ ਬਣਾ ਦੇਣਾ, ਇਸਲਾਮ ਹੀ ਬਣਾ ਦੇਣਾ। ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੀ ਕੁਰਬਾਨੀ ਨੇ, ਕੁਰਬਾਨੀ ਰੂਪੀ ਚੱਕਰ ਨੇ ਇਹ ਸ਼ਰ੍ਹਾ ਦੀਆਂ ਤਾਰਾਂ ਕੱਟੀਆਂ ਤੇ ਹਿੰਦੁਸਤਾਨ ਰੂਪੀ ਹਾਥੀ ਨੂੰ ਬਚਾਇਆ। ਇਸੇ ਤਰ੍ਹਾਂ ਜਿਹੜਾ ਮਨ ਹੈ ਜੀਵ ਦਾ, ਇਹ ਹਾਥੀ ਦੀ ਤਰ੍ਹਾਂ ਹੈ ਸਾਧ ਸੰਗਤ ਜੀ। ਤਾਂ ਇਸ ਨੂੰ ਜਿਹੜੇ ਇਹ ਵਿਕਾਰਾਂ ਰੂਪੀ ਤੰਦੂਆ ਹੈ, ਇਹ ਗ੍ਰਸੀ ਜਾਂਦਾ ਹੈ। ਗੁਰੂ ਕਾ ਨਾਮ ਰੂਪੀ ਸ਼ਬਦ ਰੂਪੀ ਜਿਹੜਾ ਇਹ ਸੁਦਰਸ਼ਨ ਚੱਕਰ ਹੈ, ਮਹਾਰਾਜ ਸਾਹਿਬ ਜੀ ਆਪਣਾ ਨਾਮ ਦਾਨ ਦੇ ਕੇ ਇਸ ਮਨ ਰੂਪੀ ਹਾਥੀ ਦੀਆਂ ਜਿਹੜੀਆਂ ਤਾਰਾਂ ਹਨ ਵਿਕਾਰਾਂ ਦੀਆਂ, ਵਾਸ਼ਨਾ ਦੀਆਂ, ਉਹ ਕੱਟ ਦਿੰਦੇ ਆ ਤੇ ਮਨ ਨੂੰ ਬੰਧਨ ਤੋਂ ਰਹਿਤ ਕਰ ਦਿੰਦੇ ਹਨ। ਸਤਿਗੁਰੂ ਨਾਵੇਂ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਦੇ ਪਹਿਲੇ ਸ਼ਬਦ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਆਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖਹੁ, ਅਭੈ ਦਾਨ ਤਿਹ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।